एह निशानी सादकी जिस पे टत तरिए, एह निशान वाह वाह जिस पे टत तरिए, जिस पे टत तरिए। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਸ਼ਬਦ ਰਾਹੀਂ ਸਮਝਾ ਰਹੇ ਨੇ ਕਿ ਭਾਈ ਸਾਧੂਆਂ ਦੀਆਂ ਵੈਸੇ ਬਹੁਤ ਨਿਸ਼ਾਨੀਆਂ ਗੁਰਬਾਣੀ ਦੱਸਦੀ ਹੈ। ਭਾਈ ਗੁਰਦਾਸ ਜੀ ਦੱਸਦੇ ਨੇ, ਭਾਈ ਨੰਦ ਲਾਲ ਦੀਆਂ ਗਜ਼ਲਾਂ ਵੀ ਦੱਸਦੀਆਂ ਨੇ ਸਾਧ ਸੰਗਤ ਜੀ ਕਿ ਸਾਧੂ ਕੌਣ ਹੈ, ਸਾਧੂ ਆਉਂਦੇ ਕਿਉਂ ਨੇ, ਇਹਨਾਂ ਦੇ ਕਿਹੜੇ ਕਿਹੜੇ ਗੁਣ ਨੇ, ਇਹਨਾਂ ਦੇ ਕਿਹੜੇ ਕਿਹੜੇ ਲੱਛਣ ਨੇ। ਸੰਸਕ੍ਰਿਤੀ ਸ਼ਲੋਕਾਂ ਵਿੱਚ ਤਾਂ ਗੁਰੂ ਅਰਜਨ ਦੇਵ ਮਹਾਰਾਜ ਹੱਦ ਕਰਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਖੱਟ ਲੱਖਣ ਜ਼ਿਕਰ ਕਰਕੇ ਤੇ ਇੱਕ ਇੱਕ ਪੰਕਤੀ ਦੇ ਵਿੱਚ ਦੋ ਦੋ ਜ਼ਿਕਰ ਕਰਕੇ ਮੰਤਰੰ ਰਾਮ ਰਾਮ ਨਾਮੰ, ਇਹ ਜਿਹੜਾ ਸ਼ਲੋਕ ਹੈ ਇਹਦੇ ਵਿੱਚ ਇੱਕ ਇੱਕ ਪੰਕਤੀ ਦੇ ਵਿੱਚ ਇੱਕ ਇੱਕ ਸਾਧੂਆਂ ਦੇ ਗੁਣ ਭਰਪੂਰ ਕਰਕੇ ਤੇ ਸਾਨੂੰ ਦਰਸਾਇਆ ਕਿ ਭਾਈ ਸਾਧੂ ਦੀ ਨਿਸ਼ਾਨੀ ਇਹ ਹੈ। ਪਰ ਹੁਣ ਇੱਥੇ ਆਣ ਕਰਕੇ ਆ ਜਿਹੜੀ ਛੋਟੀ ਜੀ ਪੌੜੀ ਆਪਾਂ ਪੜ੍ਹੀਏ ਨਾ, ਇਹਦੇ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸਭ ਤੋਂ ਵਡਮੁੱਲੀ ਨਿਸ਼ਾਨੀ ਕਮਾਈ ਕਰ ਕਰਕੇ ਨਾਮ ਜਪ ਜਪ ਕੇ। ਜਦੋਂ ਗੁਰਸਿੱਖ ਕਮਾਈ ਕਰਦਾ ਜਾਂਦਾ ਹੈ, ਕੋਈ ਵੀ ਅਭਿਆਸੀ ਕਮਾਈ ਕਰਦਾ ਜਾਂਦਾ ਹੈ, ਐਸਾ ਸਮਾਂ ਆਉਂਦਾ ਹੈ ਜਦੋਂ ਪੂਰਨ ਕਿਰਪਾ ਹੁੰਦੀ ਹੈ ਸਾਧ ਸੰਗਤ ਜੀ, ਤੇ ਉਦੋਂ ਜਾ ਕਰਕੇ ਫਿਰ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਸਾਧੂ ਜਿੰਨੇ 9 ਦਰਵਾਜ਼ੇ ਸਾਧੇ ਨੇ, ਸਾਧੂ ਜੋ ਇੱਕ ਇੱਕ ਸਵਾਸ ਨਾਮ ਪ੍ਰੋਗ ਕਰਕੇ ਸਾਧ ਸੰਗਤ ਜੀ ਤੇ ਉਸ ਵਾਹਿਗੁਰੂ ਦੀ ਯਾਦ ਵਿੱਚ ਜੁੜਦਾ ਹੈ। ਤੇ ਬਹੁਤ ਵੱਖ-ਵੱਖ ਜਗ੍ਹਾਵਾਂ 'ਚ ਸਤਿਗੁਰੂ ਜੀ ਇਹਦੀ ਸਮਝ ਸਾਨੂੰ ਦਿੰਦੇ ਨੇ ਕਿ ਸਾਧੂ ਇੱਦਾਂ ਦਾ ਆ, ਸਾਧੂ ਸਾਧ ਸੁਹਾਗਣ ਗੁਰਮੁਖ ਜੋ ਵੀ ਲਫ਼ਜ਼ ਵਰਤੀਏ ਹਰ ਜਨ ਤੋਂ ਲੈ ਕਰਕੇ ਗੁਰਸਿੱਖ ਤੱਕ, ਜੋ ਇਹ ਸਾਧ ਅੱਖਰ ਹੈ, ਮਹਾਂਪੁਰਖ ਅੱਖਰ ਹੈ, ਸੰਤ ਅੱਖਰ ਹੈ ਸਾਧ ਸੰਗਤ ਜੀ, ਇਹ ਕੋਈ ਲਿਵਾਜ਼ ਨਹੀਂ, ਅਵਸਥਾ ਦਾ ਨਾਮ ਹੈ। ਸੰਤ ਕੋਈ ਇਹ ਨਹੀਂ ਕਿ ਬਾਹਰਲਾ ਚਿੱਟਾ ਕਪੜਾ ਪਹਿਨ ਕਰਕੇ, ਕੋਈ ਚੋਲਾ ਪਾ ਕਰਕੇ ਵੱਡਾ ਗਾਤਰਾ ਕਿਰਪਾਨ ਪਾਇਆ ਤੇ ਸਾਧੂ ਨਹੀਂ। ਸਹਿਜ ਪਾਠ ਕਰਦੇ ਆ, ਇੱਕ ਵਾਰੀ ਇਹ ਪੰਕਤੀ ਆਈ, ਅਸੀਂ ਅੱਜ ਚਿੱਟੇ ਪਾ ਕੇ ਆਏ ਨਾ, ਸਾਡੇ ਤੇ ਧੁਖਦੀ ਹੈ ਜੀ। ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ, ਆਖੋ ਸਤਨਾਮ। ਇਹ ਵੀ ਬਾਣੀ ਕਹਿੰਦੀ ਹੈ ਜੀ ਕਿ ਸਾਧੂ ਲਿਵਾਜ਼ ਦਾ ਨਾਮ ਨਹੀਂ। Sadhu, a saint, is not identified by its external clothes, because Gurbani even says just by wearing white clothes, what's the point if your hearts are very impure? Chitte jin ke kapade मैले chit कठोर, जिन्हां दे चित, जिन्हां दे हिरदे, जिन्हां दे मन कठोर ने, कपटी ने, चतराइयां चंचलताइयां करदे, रोज विकारां दी अग विच सरदे बुलदे। साध संगत जी ਉਹ ਸਾਧੂ ਦਾ ਨਾਮ ਨਹੀਂ। ਇਹ ਸਾਡੇ ਆਮ ਕਰਕੇ ਜਿਹੜੇ ਸੰਸਾਰ ਵਿੱਚ ਬਹੁਤਾਤ ਗਿਣਤੀ ਵਿੱਚ ਸਤਿਗੁਰੂ ਉਹਨਾਂ ਦਾ ਜੋ ਭੇਖ ਪਖੰਡ ਹੈ ਉਹਦਾ ਜ਼ਿਕਰ ਕਰਦੇ ਨੇ। ਤੇ ਖਾਲਸਾ ਜੀ ਅੱਜ ਇੱਕ ਐਸੇ ਸਾਧੂ ਦੀ ਯਾਦ ਵਿੱਚ ਜੁੜੇ ਆ, ਕਮਾਲ ਹੈ। ਸਾਰਾ ਹੀ ਆ ਮਈ ਦਾ ਜਿਹੜਾ ਮਹੀਨਾ ਹੈ ਬਾਬਾ ਜੀ ਨੇ ਆਪ ਵਰਤ ਕੇ ਤੇ ਦਾਸਰਿਆਂ ਪਾਸੋਂ ਕਿੱਥੇ ਕਿੱਥੇ ਤੱਕ ਸੇਵਾ ਲਈ ਹੈ ਜੀ। I'm amazed. It's 50 years of celebrating Baba Ji's presence in Malaya. 50 years after Baba Ji leaves his physical body. And with the blessings of Satguru Sahib themselves and Baba Ji themselves, a ਸਾਰਾ ਮਹੀਨਾ ਵੱਖ-ਵੱਖ ਸ਼ਹਿਰਾਂ 'ਚ ਜਾ ਕਰਕੇ ਜਿੱਥੇ ਵੀ ਸੱਦੇ ਪੱਤਰ ਮਹਾਰਾਜ ਜੀ ਨੇ ਦਾਣਾ ਪਾਣੀ ਲਿਖਿਆ ਸੀ ਉੱਥੇ ਜਾ ਕਰਕੇ ਸੰਗਤਾਂ ਦੇ ਦਰਸ਼ਨ ਕੀਤੇ। ਤੇ ਮੈਨੂੰ ਯਾਦ ਹੈ ਜਿੱਥੇ ਵੀ ਜਿਸ ਸ਼ਹਿਰ 'ਚ ਗਏ ਬਾਬਾ ਜੀ ਦਾ ਜਿੱਥੇ ਵੀ ਕੋਈ ਨਾ ਕੋਈ ਜ਼ਿਕਰ ਕੀਤਾ, ਥੱਲੇ ਆਣ ਕੇ ਕੋਈ ਨਾ ਕੋਈ ਪ੍ਰੇਮੀ ਮਿਲਿਆ ਜਿਨ੍ਹਾਂ ਦੀਆਂ ਅੱਖਾਂ 'ਚ ਹੰਝੂ ਸਨ। ਅੱਜ ਵੀ ਉਹਨਾਂ ਦੀ ਯਾਦ ਤਾਜ਼ੀ ਹੈ।
हाँ संसार च पखंड बहुत है जी. There's so much of showing off in the external world. We don't know who's a saint, who's not genuine, who's not real, who's a fake. We don't know these things. But प्यारेओ एक गल मेरी याद रखियो, कई वार अखबारां च पढ़दे आ कि फलानी क्लिनिक दे विच एक झूठा डॉक्टर जिन्हें मैडिकल सर्टिफिकेट ओदी डिग्री झूठी बना के ते ओ उत्थे दवाइयां दिंदा पकड़िया गया. Many times we come across such news that a fake medical practitioner, he gets caught using a fake degree and giving medicine, treating people. पर आम बंदा डॉक्टरां कोल जाना छड़ता तां नहीं ना. एक पखंडी होवे, एक पकड़िया जावे तां बंदा ये नहीं कहंदा जा भाई सारे ही डॉक्टर झूठे ने, अज तो गां मौत तक मैं डॉक्टरां दे दरवाजे ते जाना नहीं. बंदा इदां नहीं कहंदा जी, क्योंकि जदों रोग लगदा इहदियां चीकां निकलदियां ने ते उत्थे जाके इहदा इलाज करदा है जी. सच जानियो, when we meet someone that is fake in the medical profession, मैं अपने पेशे की गल करदा जिस दे नाल मैनू जानकारी है जी. Many times there have been such news articles, फलाना जी ठगी सी पकड़िया गया. कोई ओदी इंग्लैंड दे विच पिछे जे खबर आई, कई साल एक गोरी उस हॉस्पिटल दे विच डॉक्टरी दा काम करदी, हालांकि वो मैडिकल स्कूल तो ग्रैजुएट होई नहीं, उन्होंने गोरियां ने बाद च जाके किते पकड़िया. हुण किन्नियां ने इलाज उहदे नाल कीता होवेगा जी, पर जिन्नियां ने इलाज कीता वो ये नहीं कहंदे कि ये एक पखंडी सी, अज तो गां मौत तक मैं डॉक्टरां दे कोल जाना नहीं जी. सच जानियो, बीमार हुंदे आ शरीर करके ते वैद लभदे आ कोई अच्छा होवे डॉक्टर जो मेरा रोग कटे. मन करके जदों बीमारी चिंबड़दी है, मन करके जदों बंदा रोगी हुंदा है, मन करके जदों इहदे विच विकारां दी अग बलदी है, उदों केवल ते केवल साधुआं दी संगत, साध संगत विच आण के इहदा इलाज हुंदा है. आखो सतनाम. एक गल जरूर याद रखियो, even though there's so many fake ones, we don't give up on the genuine ones and say I'm not going to go to them anymore because they're all fake. That is ignorance, that is stupidity. No one says that, no one does that. ते खालसा जी इसी तरीके दे नाल 100 दे विचों 99 जे ठगी होणगे तां इन्हां 100 दे विचों जिहड़ा एक गुरु नानक महाराज जी दे स्कूल दे विचों अव्वल नंबर पास करके लायक गुरसिख होवेगा. याद रखियो इन्हां दे विच एक सच्चा सच्चियार भी होवेगा जी. आओ गुरु कृपा करे, बाबा जियां दे जीवन के उत्ते जिथे भी गुरुद्वारियां च गए चानना सतगुरु जी ने आप सिर ते हथ रख करके पवाया. हालांकि मेरी उम्र घट है, उन्हां दे आप मेरे दर्शन होए नहीं, पर जिथे भी गए उन्हां दे प्रेमियां दे दर्शन जरूर मैं आप कीते. जिथे भी गए अज भी ऐसियां साखियां सुनने नूं मिलदियां ने जो शायद उन्हां दी किताब जीवनी विच ना मिलन. अज भी 50 साल बाद शरीर त्याग दिता, पर यादां ताज़ियां ने. अज भी पता नहीं किन्नियां दा इलाज हो रहा. एक पिछे जो शब्दां दे जाप दिते, वो परिवार अज भी उस शब्दां दा जाप कर रहे हैं. आखो सतनाम. आओ गुरु प्यारेओ, सतगुरु कृपा करन. जिन्नी भी संगत बैठी है दिओ एकाग्रता विच संगत हर प्रभ वसै जियो. आई नीड यू टू पे अटेंशन, जदों when you pay attention, जेड़ा बुलारा बैठा हुंदा है इत्थे तुहाडे विचों सतगुरु आप वर्त करके दस रिया गरीबरियां दे सिर ते हथ रख के सतगुरु आप सेवा लेंदे ने. साडे पल्ले कख नहीं. आओ गुरु प्यारिओ, गज वज के सतगुरां जी दी पावन फतेह नूं बुलंद करो. वाहिगुरु जी का खालसा, वाहिगुरु जी की फतेह. अज रात दा मेरा एक सवाल है, what is the sign that वाहिगुरु जी's blessing is upon you? एक की प्रूफ है, की सबूत है कि सच्चे पातशाह अकाल पुरख वाहिगुरु ने साडे उत्ते कृपा कीती है जी. How do you measure grace? How do you know that I am indeed blessed by Guru Sahib, I am indeed blessed by Vaheguru? Is it by looking at your kids? Is it by looking at the wealth that you have? Is it by looking at the success of your job? कि यह बाहरलियां चीज़ां वाल देख करके कृपा दा तोलना हो सकता है साध संगत जी? हाँ, ये भी कृपा करके ही मिलते हैं. घर विच धीआं पुत्रां दा जन्म होना कृपा है. घर विच कम्मां कारां दा वाधा होना एक कृपा है जी. घर दे विच तरक्की होनी, कम्मां कारां तो लै करके बच्चों की पढ़ाई तक वधिया होनी,
ਇਹ ਵੀ ਕਿਰਪਾ ਦੀ ਨਿਸ਼ਾਨੀ ਹੈ। ਪਰ ਮੇਰੇ ਸਤਿਗੁਰੂ ਕਹਿੰਦੇ ਨੇ ਇਸ ਤੋਂ ਉੱਤਮ ਇੱਕ ਕਿਰਪਾ ਹੈ, ਜਦੋਂ ਸਤਿਗੁਰੂ ਦਇਆਲਤਾ ਦੇ ਘਰ ਵਿੱਚ ਆਉਂਦੇ ਨੇ ਤਾਂ ਤੈਨੂੰ ਇੱਕ ਚੀਜ਼ ਦਿੰਦੇ ਨੇ। when the Guru goes into a state of blessing you, then there's one blessing that you get. Same Guru Arjan Dev Ji in a different shabad, ਮਹਾਰਾਜ ਜੀ ਕਹਿੰਦੇ ਨੇ ਭਾਈ ਸੱਚ ਜਾਣੀ ਕਿ ਜਿਸ ਵੇਲੇ ਤੂੰ ਇਹ ਦੇਖਣਾ ਹੈ ਕਿ ਮੇਰੇ ਅੰਦਰ ਗੁਰੂ ਸਾਹਿਬ ਤੁਹਾਡੀ ਕਿੰਨੀ ਕੁ ਕਿਰਪਾ ਹੈ, ਇਹ ਤੋਲ ਕੇ ਦੇਖੀ, ਮਨ ਫਰੋਲ ਕੇ ਦੇਖੀ। ਸਤਿਗੁਰ ਬਾਣੀ ਚ ਕਹਿੰਦੇ ਨੇ ਸਤਿਗੁਰ ਤੁਮ ਕੋ ਹੋਏ ਦਇਆਲਾ, ਸੰਤ ਸੰਗ ਤੇਰੀ ਪ੍ਰੀਤ। ਜਦੋਂ ਗੁਰੂ ਤੇਰੇ ਉੱਤੇ ਟੁੱਟੇਗਾ, ਜਦੋਂ ਗੁਰੂ ਕਿਰਪਾ ਕਰੇਗਾ ਸਾਧ ਸੰਗਤ ਜੀ, ਤਾਂ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ ਕਿ ਸੰਤਾਂ ਦੀ ਸੰਗਤ ਦੇ ਨਾਲ ਤੇਰਾ ਪਿਆਰ ਜਾਗੇਗਾ ਜੀ। You start seeking out for those souls that are connected to God. You start seeking out those souls that are imbued in Vaheguru Ji's name. You start actively looking for those people. Just by sitting next to them, you get a sense of peace. You don't want to waste your time talking to the average person outside. एक किरपा दी निशानी है। मन उस वेले प्यास जागदी है जगयासु दे हिरदे विच, हे सतगुरु सच्चे पातशाह, जिथे भी तेरे नाम जपन वाले प्यारे ने सतगुरु उन्हां दी संगत च मैनू ले जा। संत गुरमुख अभ्यासी जो भी इन्हां दे नाम असी कह के ते बुलाइए, it doesn't matter, because Guru Sahib calls them with various different names। ये अवस्थावां दे नाम ने। गल एक थां ते मुकदी है साध संगत जी, हालांकि सतगुरु बाणी च इस दा वेरवा बहुत विस्तार नाल दिंदे ने। But all boils down to one thing, सतगुर तुमको होवे दयाला, संत संग तेरी प्रीत। जदों दयालता दे घर विच आउंदे ने साध संगत जी, ते उदों महाराज जी तेरे हिरदे दे अंदर प्यार जगाउंदे ने कि भाई इन्हां साधुआं दी संगत जा करके करे। 2 मिनट बैठदियां साध संगत मन हरिया भरिया हुंदा है जी। You don't have to sit for very long। लंगर हॉल च जाओगे, गल्लां साडियां ਚੱਲਣਗੀਆਂ एक दूजे ਦੇ ਨਾਲ। कई ऐसियां गल्लां ਹੁੰਦੀਆਂ, एक बंदा बोलदा है तो मन साड़ के रखदा है जी। Many times we have experienced this। पर साधु दे कोल जा करके एक ऐसे गुरमुख दे कोल बैठो, देखदियां सार, कोल ਜਾਂਦਿਆਂ सार मन ਨੂੰ ठंड ਪੈਂਦੀ है जी। प्यारिओ, बाणी ਇਹ ਵੀ ਕਹਿੰਦੀ ਹੈ कि जे तेरे अंदर संतां दी संगत दा प्रेम नहीं, जे तेरे हिरदे दे अंदर संतां नाल प्यार नहीं, उन्हां साधुआं नाल प्यार नहीं, तां तेरे कर्म किहो जे ने। संतां से तिरंग न लाए। गुरु साहिब सेज जेड़े संतां महापुरखां दे नाल कोई उन्हां दे अंदर नाम जपण वालियां नाल प्यार ही नहीं, there is no love for those gurmukhs that are imbued in the name of Vaheguru, what do? ਇਹ ਕਿਤੇ ਸਾਡੀ ਗੱਲ ਤਾਂ ਨਹੀਂ ਚੱਲਦੀ। ਸੰਤਾਂ ਸੇ ਤਿਰੰਗ ਨ ਲਾਏ, ਸਾਕਤ ਸੰਗ ਵਿਕਰਮ ਕਮਾਏ। ਫਿਰ ਉਹ ਸਾਕਤ ਜਿਹੜਾ ਨਾਸਤਕ ਬੰਦਾ ਹੈ, ਜਿਹੜਾ ਰੱਬ ਦੀ ਹੋਂਦ ਨੂੰ ਮੰਨਦਾ ਨਹੀਂ, that person that doesn't really believe in Vaheguru, ਮੈਂ ਜੀ ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਇਹੋ ਜਿਹੀਆਂ ਗੱਲਾਂ ਕਰਨ ਵਾਲਾ ਸਾਕਤ ਸੰਗ, ਸਤਿਗੁਰੂ ਕਹਿੰਦੇ ਨੇ ਵਿਕਰਮ ਕਮਾਏ। ਉਹ ਫਿਰ ਇਹਨਾਂ ਜਿਹੜੇ ਭੈੜੇ ਮੱਤ ਵਾਲੇ ਬੰਦੇ ਨੇ ਉਹਨਾਂ ਦੀ ਪ੍ਰੀਤੀ ਨੂੰ ਲੋਚਦਾ ਹੈ, ਉਹਨਾਂ ਦੀ ਸੰਗਤ ਨੂੰ ਲੋਚਦਾ ਹੈ ਕਿ ਇਹਨਾਂ ਨਾਲ ਬੈਠ ਕੇ ਤੇ ਮੇਰੇ ਕੋਲੋਂ ਮੈਂ ਪਾਪ ਕਰਾਂ ਤੇ ਰਸ ਪ੍ਰਾਪਤ ਕਰਾਂ। ਦੇਖੋ, ਜੇ ਸੰਤਾਂ ਨਾਲ ਪ੍ਰੀਤੀ ਨਹੀਂ ਤਾਂ ਉਲਟ ਕੰਮ ਹੋਵੇਗਾ। We can be on either one side। Which side are we on? ਜਾਂ ਤੇ ਸਾਡਾ ਪਿਆਰ ਹੈ ਨਾਮ ਜਪਣ ਵਾਲਿਆਂ ਗੁਰਮੁਖਾਂ ਨਾਲ, ਨਹੀਂ ਤਾਂ ਸਾਡੀ ਸੰਗਤ ਕਿੰਨਾਂ ਨਾਲ ਹੋ ਰਹੀ ਹੈ, ਕਿਤੇ ਇਹ ਗੱਲ ਸਾਡੀ ਤਾਂ ਨਹੀਂ। ਸਾਕਤ ਸੰਗ ਵਿਕਰਮ ਕਮਾਏ। ਤੇ ਸਤਿਗੁਰੂ ਅੱਗੇ ਕਹਿੰਦੇ ਨੇ ਦੁਲੱਭ ਦੇਹ ਖੋਹੀ ਅਗਿਆਨੀ, ਜੜ ਆਪਣੀ ਆਪ ਉਪਾੜੀ ਜੀਓ। ਧਿਆਨ ਨਾਲ ਪੰਕਤੀ ਦੇਖਿਓ। Look at what Guru Sahib is saying। ਜਦੋਂ ਇਦਾਂ ਦੇ ਕਰਮ ਹੁੰਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਮਨੁੱਖਾ ਜਨਮ ਇੰਨਾ ਮੁਸ਼ਕਿਲ ਹੈ ਪ੍ਰਾਪਤ ਹੋਣ ਲਈ, ਅਗਿਆਨਤਾ ਕਾਰਨ ਇਸ ਮਨੁੱਖ ਨੂੰ ਸੋਝੀ ਨਹੀਂ ਮੈਂ ਸੰਗਤ ਕਿਹਦੀ ਕਰਾਂ ਤੇ ਕਿਹਦੀ ਨਾ ਕਰਾਂ। An average person does not know who should I keep close company of। An average person, due to ignorance, lives his life according to the motto my life my rules, and this is what happens। ਦੁਲੱਭ ਦੇਹ ਖੋਈ ਅਗਿਆਨੀ,
ਜਿਹੜਾ ਅਗਿਆਨਤਾ ਦੇ ਹਨੇਰੇ ਵਿੱਚ ਜੀਵਨ ਬਤੀਤ ਕਰਦਾ ਹੈ ਉਹ ਇਹ ਮਨੁੱਖਾ ਜਨਮ ਹੱਥਾਂ 'ਚ ਖੋ ਬੈਠਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਆਪਣੀ ਜੜ ਇਹਨੇ ਆਪਣੇ ਹੱਥਾਂ ਨਾਲ ਆਪ ਪੱਟ ਕੇ ਰੱਖ ਦਿੱਤੀ ਜੀ। ਸੋਹਣਾ ਸਰੀਰ ਦੇ ਕੇ, ਲੰਬੀਆਂ ਉਮਰਾਂ ਦੇ ਕਰਕੇ ਵੱਖ-ਵੱਖ ਸਾਡੀਆਂ ਮਹਾਰਾਜ ਜੀ ਨੇ ਭੇਜਿਆ ਸੀ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ, ਪਰ ਅਸੀਂ ਆਪਣੀਆਂ ਜੜਾਂ ਪੱਟ ਕੇ ਬਹਿ ਗਏ। ਸਾਧ ਸੰਗਤ ਜੀ, ਅੱਜ ਰਾਤ ਦਾ ਮੇਰਾ ਵਿਸ਼ਾ ਹੈ ਵਾਈ ਮਸਟ ਵੀ ਲਵ ਸੰਤ ਸੰਗਤ। ਸੰਤਾਂ ਦੀ ਸੰਗਤ ਦੇ ਨਾਲ ਪ੍ਰੀਤੀ ਕਰਨੀ ਕਿਉਂ ਜ਼ਰੂਰੀ ਹੈ? ਕਾਰਨ ਬਹੁਤ ਨੇ, ਪਰ ਸਮਾਂ ਨੂੰ ਮੁੱਖ ਰੱਖਦਿਆਂ ਹੋਇਆਂ ਮੈਂ 3 ਕਾਰਨ ਆਪ ਜੀ ਦੇ ਅੱਗੇ ਰੱਖਣੇ ਤੇ ਫਿਰ ਬਾਬਾ ਜੀ ਦੇ ਜੀਵਨ ਵਿੱਚ ਕੁਝ ਝਾਤੀ ਮਾਰਾਂਗੇ, ਫਿਰ ਸਮਾਪਤੀ ਹੈ ਜੀ। ਵਾਈ ਮਸਟ ਵੀ ਲਵ ਸੰਤ ਸੰਗਤ। ਸਤਿਗੁਰੂ ਕਹਿ ਰਹੇ ਨੇ ਕਿ ਜਦੋਂ ਦਇਆਲਤਾ ਦੇ ਘਰ ਵਿੱਚ ਆਉਂਦੇ ਨੇ ਤੇ ਤੈਨੂੰ ਸੰਤਾਂ ਦੀ ਸੰਗਤ ਦੇਣਗੇ। ਪਰ ਹੁਣ ਪੁੱਛੀਏ ਗੁਰੂ ਜੀ ਕਿਉਂ ਜ਼ਰੂਰੀ ਹੈ? ਮੈਂ ਕੱਲਾ ਠੀਕ ਹਾਂ ਜੀ, ਮੈਂ ਕੱਲਾ ਸਾਰੀ ਦਿਹਾੜੀ ਕਰੇ ਬਾਣੀ ਪੜ੍ਹਦਾ ਹਾਂ, ਕਿਸੇ ਨਾਲ ਨਹੀਂ ਮੈਂ ਬੋਲਦਾ, ਮੈਂ ਬਹੁਤ ਆਨੰਦ ਵਿੱਚ ਹਾਂ। ਸਤਿਗੁਰੂ ਜੀ ਕੀ ਲੋੜ ਹੈ ਸੰਤਾਂ ਨੂੰ ਲੱਭਣ ਦੀ? ਕੀ ਲੋੜ ਹੈ ਗੁਰਮੁਖਾਂ ਦੀ ਸੰਗਤ 'ਚ ਜਾ ਕਰਕੇ ਬੈਠਣ ਦਾ? ਵਾਈ ਮਸਟ ਆਈ ਸੀਕ ਆਊਟ ਦੋਜ਼ ਨਾਮ ਇੰਬਿਊਡ ਗੁਰਮੁਖਸ, those soul brides that are so colored in God's name, why must I seek them out? ਪਿਆਰਿਓ, ਸਭ ਤੋਂ ਪਹਿਲਾਂ ਇਹਦਾ ਜਵਾਬ ਹੈ ਸਤਿਗੁਰੂ ਕਹਿੰਦੇ ਨੇ ਕਿ ਜਿਹੜੇ ਵੀ ਸੰਤਾਂ ਦੀ ਸੰਗਤ ਵਿੱਚ ਆਉਂਦੇ ਨੇ ਤੇ ਉਹਨਾਂ ਦੇ ਬੋਲ ਸੁਣਦੇ ਨੇ, ਉਹਨਾਂ ਦੇ ਬਚਨ ਸੁਣਦੇ ਨੇ, ਸੱਚ ਜਾਣਿਓ ਜਿਸ ਸੁੱਖ ਨੂੰ ਸਾਰਾ ਸੰਸਾਰ ਲੱਭਦਾ ਹੈ ਉਹ ਸੰਤਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ ਜੀ। ਸੁੱਖ, ਮਹਾਰਾਜ speaks about happiness, the one thing that every human is looking for, regardless of religion, regardless of creed, regardless of gender, regardless of economic backgrounds. The one thing that everyone craves for is inner happiness and peace. And Gurbani says there are many ways to attain this. ਨਾਮ ਜਪੋ, ਸੇਵਾ ਕਰੋ, ਇਹਨਾਂ ਨਾਲ ਵੀ ਸੁੱਖ ਮਿਲੇਗਾ। ਪਰ ਇੱਕ ਸਤਿਗੁਰੂ ਦੱਸਦੇ ਨੇ ਕਿ ਸੱਚ ਜਾਣੀ ਇੱਕ ਹੋਰ ਤਰੀਕਾ ਹੈ ਸੁੱਖ ਦੇ ਨੇੜੇ ਜਾਣ ਦਾ। This is another way to get happiness. ਤੇ ਗੁਰਸਿੱਖ ਉਹ ਹੈ ਜਿਹੜਾ ਇੱਕ ਬਚਨ ਸਤਿਗੁਰੂ ਜੀ ਦਾ ਕਮਾ ਕਰਕੇ ਆਪਣੇ ਹਿਰਦੇ 'ਚ ਵਸਾਉਂਦਾ ਹੈ। ਸਾਧ ਸੰਗਤ ਜੀ, ਕਥੜੀਆਂ ਸੰਤਾਂ ਤੇ ਸੁਖਾਂ ਪੰਦੀਆਂ, ਇਹ ਮਾਰੂ ਦੱਖਣੇ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇਖੋ ਕਹਿੰਦੇ ਨੇ ਸੰਤਾਂ ਦੀਆਂ ਜੀਵਨੀਆਂ, ਸੰਤਾਂ ਦੇ ਬਚਨ, when you go to Gurmukhs, when you listen to what their lives are like, what you're doing right now is this. ਆ ਤੁਸੀਂ ਜੋ ਕਰ ਰਹੇ ਹੋ ਨਾ ਸੰਗਤ ਵਿੱਚ, ਬਾਬਾ ਜੀ ਦੇ ਜੀਵਨੀ ਦੇ ਅੰਦਰ ਆਪਾਂ ਝਾਤੀ ਮਾਰਾਂਗੇ। ਮਲਾਕਾ ਆਪ ਜੀ ਹੋ ਕਰਕੇ ਆਏ ਹੋਵੋਗੇ, ਉੱਥੇ ਵੀ ਇਹੀ ਸਾਡਾ ਲਕਸ਼ ਹੈ ਕਿ ਮਹਾਂਪੁਰਖਾਂ ਦੀ ਜੀਵਨੀ ਵਿੱਚੋਂ ਇੱਕ ਤੇ ਸਿੱਖਿਆ ਵੀ ਮਿਲੇ। ਸਤਿਗੁਰੂ ਕਹਿੰਦੇ ਨੇ ਸਹਿਜ ਸੁਭਾਏ ਜਦੋਂ ਤੁਸੀਂ ਉਹਨਾਂ ਦੀ ਕਥਾ, ਉਹਨਾਂ ਦੀ ਗਾਥਾ ਜੀਵਨ ਦੀ ਸ਼ਰਵਣ ਕਰੋਗੇ ਤੇ ਸਹਿਜ ਸੁਭਾਏ ਜੇ ਉਹਨਾਂ ਕਹਿਆ ਹੋਏ ਮਾਰਗ ਤੇ ਚੱਲੋਗੇ ਤਾਂ ਸਤਿਗੁਰੂ ਕਹਿੰਦੇ ਨੇ ਸੁੱਖਾਂ ਦੇ ਰਸਤੇ ਨੇ ਜੀ। ਕਥੜੀਆਂ ਸੰਤਾਂ ਤੇ ਸੁਖਾਂ ਪੰਦੀਆਂ, ਪਰ ਇੱਕ ਸੱਚ ਇਹ ਹੈ ਇਹ ਹਰੇਕ ਦੀ ਝੋਲੀ ਨੂੰ ਨਹੀਂ ਨਸੀਬ ਹੁੰਦੀਆਂ। Not everyone gets this. ਲੱਦੜੀਆਂ ਤੇ ਨਾਹਾਂ, ਦੇਖੋ ਸਤਿਗੁਰੂ ਕਹਿੰਦੇ ਨਾਨਕ ਲੱਦੜੀਆਂ ਤੇ ਨਾਹਾਂ, ਜਿੰਨਾ ਭਾਗ ਮਥਾਹੜ, ਇਹ ਪ੍ਰਾਪਤ ਵੀ ਉਹਨਾਂ ਨੂੰ ਹੁੰਦੀਆਂ ਨੇ ਜਿਨ੍ਹਾਂ ਦੇ ਚੰਗੇ ਭਾਗ ਹੁੰਦੇ ਨੇ, ਜਿਨ੍ਹਾਂ ਦੇ ਦਿਲ ਵੱਡੇ ਹੁੰਦੇ ਨੇ। ਇਹ ਅੰਗੀਕਾਰ ਕਰਨ ਨੂੰ, ਇਹ ਸਵੀਕਾਰ ਕਰਨ ਨੂੰ ਕਿ ਸੰਤ ਨਾਮ ਦੀ ਕੋਈ ਚੀਜ਼ ਹੈ, ਸਾਧੂ ਨਾਮ ਦੀ ਕੋਈ ਚੀਜ਼ ਹੈ। ਇੱਕ ਵਾਰ ਮੈਨੂੰ ਇੱਕ ਪ੍ਰੇਮੀ ਗੁਰਸਿੱਖ ਮਿਲੇ, ਕਹਿੰਦੇ ਕਿ ਵੀਰ ਜੀ ਆ ਦੇਵੀ ਦੇਵਤੇ ਨਹੀਂ ਕੱਖ ਦੇ ਹੁੰਦੇ, ਇਹ ਤਾਂ ਹੈ ਹੀ ਨਹੀਂ ਜੀ, ਸਿੱਖੀ ਨਹੀਂ ਮੰਨਦੀ ਜੀ ਦੇਵੀ ਦੇਵਤਿਆਂ ਨੂੰ। ਮੈਂ ਕਿਹਾ ਭਾਈ ਸਾਹਿਬ ਜੀ ਤੁਸੀਂ ਰਹਿਰਾਸ ਸਾਹਿਬ ਦਾ ਪਾਠ ਰੋਜ਼ ਕਰਦੇ ਹੋ, ਤੀਸਰਾ ਸ਼ਬਦ ਆਉਂਦਾ ਆ ਗੁਰੂ ਨਾਨਕ ਮਹਾਰਾਜ ਜੀਆਂ ਦਾ, ਜਦੋਂ ਹਰ ਜੁਗ ਜੁਗ ਭਗਤ ਉਪਾਇਆ ਤਾਂ ਤੁਸੀਂ ਸ਼ਰਵਣ ਕਰਦੇ ਹੋ। ਸ਼ੁਰੂ ਹੁੰਦਾ ਹੈ ਪਾਠ ਪਹਿਲਾ, ਫਿਰ ਦੁਖ ਦਾਰੂ ਸੁਖ ਰੋਗ ਪਿਆ, ਫਿਰ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ। ਕੀ ਇੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇਵੀ ਦੇਵਤਿਆਂ ਦਾ ਜ਼ਿਕਰ ਨਹੀਂ ਕਰਦੇ ਪਏ? ਜਿਸ ਚੀਜ਼ ਦਾ ਤੂੰ ਖੰਡਨ ਕਰ ਰਿਹਾ ਹੈ ਸਾਧ ਸੰਗਤ ਜੀ, ਉਸ ਚੀਜ਼ ਦੀ ਪਹਿਲਾਂ ਜਾਣਕਾਰੀ ਪ੍ਰਾਪਤ ਜ਼ਰੂਰ ਕਰੀ। ਅੱਜ ਦਾ ਸਿੱਖ ਇਹੀ ਕਹਿੰਦਾ ਹੈ ਕਿ ਸਾਧੂ ਨਾਮ ਦੀ ਚੀਜ਼ ਨਹੀਂ, ਸਾਧੂ ਸੰਤ ਦੀ ਨਾਮ ਦੀ ਕੋਈ ਚੀਜ਼ ਨਹੀਂ। ਸਤਿਗੁਰੂ ਕਹਿ ਰਹੇ ਨੇ ਕਥੜੀਆਂ ਸੰਤਾਂ,
listening to the stories of the great saints, listening to the teachings of the great saints। ਇਹਦੇ ਅਰਥ ਜਿੱਦਾਂ ਮਰਜ਼ੀ ਕਰੋ, ਕੁੱਲ ਮਿਲਾ ਕੇ ਲਕਸ਼ ਇਹੀ ਹੈ ਕਿ ਇਹ ਸੁੱਖਾਂ ਦੀਆਂ ਪੌੜੀਆਂ ਨੇ। ਪੰਦਿਆ ਅਖੜ ਜਿਹੜਾ ਹੈ ਇਹਦੇ ਅਰਥ ਵਿਦਵਾਨ ਜਨ ਕਰਦੇ ਨੇ ਪੌੜੀ। These are pathways, steps to peace। ਅੱਗੇ ਸਹਿਸਕ੍ਰਿਤੀ ਸ਼ਲੋਕਾਂ ਤੋਂ ਬਾਅਦ ਆਪ ਜੀ ਸਹਿਜ ਪਾਠ ਕਰਦੇ ਹੋ। ਇੱਕ ਪਾਠ ਬਾਣੀ ਦਾ ਆਉਂਦਾ ਆ, ਮਹੱਲਾ ਪੰਜਵਾਂ ਗਾਥਾ। when you read ਸਹਿਜ ਪਾਠ, ਸਾਰੇ ਪਾਠ ਕਰਨ ਵਾਲੇ ਬੈਠੇ ਹਨ, ਧਿਆਨ ਦਿਓ। ਗਾਥਾ ਜਿਹੜੀ ਬਾਣੀ ਹੈ ਉਹਦੇ ਵਿੱਚ ਸਤਿਗੁਰੂ ਕਹਿੰਦੇ ਨੇ ਧਿਆਨ ਨਾਲ, ਗੁਰਸਿੱਖਾ ਜਦੋਂ ਇਹ ਬਚਨ ਆਉਂਦੇ ਨੇ ਰੁਕ ਕੇ ਉੱਥੇ ਵਿਚਾਰ ਕਰੀ ਕਿ ਸੰਤਾਂ ਦੇ ਨਾਲ ਪ੍ਰੀਤੀ ਕਰਨੀ ਕਿਉਂ ਜ਼ਰੂਰੀ ਹੈ। ਸਤਿਗੁਰ ਤੁਮਕੋ ਹੋਏ ਦਇਆਲਾ ਸੰਤ ਸੰਗ ਤੇਰੀ ਪ੍ਰੀਤ। Why is it important to fall in love with the ਸੰਗਤ of ਸਾਧੂ? ਸਤਿਗੁਰੂ ਉੱਥੇ ਕਹਿੰਦੇ ਨੇ ਬਚਨ ਸਾਧ ਸੁਖ ਪੰਥਾ ਲਹੰਤਾ ਬੜ ਕਰਮਣ ਹੈ। ਬਚਨ ਸਾਧ, ਦੇਖੋ ਮੇਰੇ ਵੱਲੋਂ ਕੁਝ ਨਹੀਂ, ਜੋ ਗੁਰਬਾਣੀ ਕਹਿੰਦੀ ਹੈ ਉਹ ਮੈਂ ਤੁਹਾਡੇ ਸਨਮੁਖ ਰੱਖ ਰਿਹਾ ਜੀ। ਅੱਜ ਰਾਤ ਗਜ਼ਲਾਂ ਤੋਂ ਵੀ ਆਪਾਂ ਸਿੱਖ ਕੇ ਜਾਣਾ ਹੈ ਕਿ ਬਾਣੀ ਕਹਿੰਦੀ, ਉਹਦੇ ਮੁਤਾਬਕ ਆਪਾਂ ਜੀਵਨ ਨੂੰ ਅੱਗੇ ਤੋਰਨਾ ਹੈ ਜੀ। These are not my words, these are what the Guru is saying। ਬਚਨ ਸਾਧ ਸੁਖ ਪੰਥਾ, ਪੰਥ ਰਸਤਾ ਮਾਰਗ, ਸਾਧੂਆਂ ਦੇ ਜਿਹੜੇ ਬਚਨ ਨੇ, ਸਾਧੂਆਂ ਦੇ ਜਿਹੜੇ ਬੋਲ ਨੇ, ਜਦੋਂ ਇਹ ਬੋਲਦੇ ਨੇ, ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਉਹ ਆਪਣੇ ਵੱਲੋਂ ਕੁਝ ਦੱਸਦੇ ਨਹੀਂ, ਉਹ ਧੁਰੋਂ ਬੋਲਦੇ ਨੇ ਸਾਧ ਸੰਗਤ ਜੀ। ਤੇ ਸੱਚ ਜਾਣਿਓ, this is what Guru Sahib is saying in ਮਹੱਲਾ ਪੰਜਵਾਂ ਗਾਥਾ, ਬਚਨ ਸਾਧ ਸੁਖ ਪੰਥਾ। ਸਾਧੂਆਂ ਦੇ ਬਚਨ ਇਹ ਸੁੱਖਾਂ ਦਾ ਮਾਰਗ ਹੈ। ਜੇ ਤੂੰ ਆਖੇ ਲੱਗੇ ਤਾਂ, ਜੇ ਤੂੰ ਮੰਨੇ ਤਾਂ, ਜੇ ਤੂੰ ਕਿੰਤੂ ਕਰੇ, ਜੇ ਤੇਰਾ ਮਨ ਅਕਲ ਕਰੇ, ਕਹੇ ਕਿ ਨਹੀਂ ਇਹ ਗਲਤ ਨੇ ਮੈਂ ਠੀਕ ਹਾਂ, ਤੇ ਫਿਰ ਪਿਆਰਿਓ ਇਹ ਗੱਲਾਂ ਨਹੀਂ ਹੋਣੀਆਂ। ਖਾਲਸਾ ਜੀ, ਪਹਿਲਾ ਲਾਭ ਸੰਤਾਂ ਦੀ ਸੰਗਤ ਕਰਨ ਨਾਲ ਜਿਹੜੀ ਪ੍ਰੀਤੀ ਆਪਾਂ ਪਾਉਂਦੇ ਹਾਂ, ਇਹ ਮਾਰਗ ਦੱਸਦੇ ਨੇ ਸੁੱਖਾਂ ਵੱਲ। ਦੂਜਾ, the second biggest advantage of having ਸੰਗਤ of saints, ਸਤਿਗੁਰੂ ਬਾਣੀ 'ਚ ਦੱਸਦੇ ਨੇ ਨਾ, ਜਦੋਂ ਤੇਰੇ ਅੰਦਰ ਨਾਮ ਦਾ ਦੀਵਾ ਨਾ ਬੁੱਝਣ ਦੇ ਨੇੜੇ ਆ ਜਾਏ, ਜਦੋਂ ਤੇਰੇ ਅੰਦਰ ਵਾਹਿਗੁਰੂ ਨੂੰ ਮਿਲਣ ਦੀ ਇੱਛਾ, ਇਹ ਮਨ ਤੇਰਾ ਡਾਵਾਂ ਡੋਲ ਹੋਣ ਲੱਗ ਪਵੇ, ਜਦੋਂ ਤੇਰੇ ਅੰਦਰ ਪਾਠ ਕਰਨ ਨੂੰ ਜੀ ਨਾ ਕਰੇ, ਜਦੋਂ ਤੇਰੇ ਅੰਦਰ ਕਥਾ ਕੀਰਤਨ ਸੁਣਨ ਨੂੰ ਜੀ ਨਾ ਕਰੇ, ਸੱਚ ਜਾਣੀ ਉਦੋਂ ਭੱਜ ਕੇ ਤੇ ਕਿਸੇ ਗੁਰਮੁਖਾਂ ਦੀ ਸੰਗਤ 'ਚ ਜਾਈ। ਸਤਿਗੁਰੂ ਕਹਿੰਦੇ ਨੇ ਉਹਨਾਂ ਨੂੰ ਦੇਖ ਕੇ ਤੇਰਾ ਮਨ ਫਿਰ ਚਾਵਾਂ ਨਾਲ ਜਾਗੇਗਾ ਕਿ ਦੇਖ ਵਾਹਿਗੁਰੂ ਜੀ ਦੀਆਂ ਪਿਆਰੀਆਂ ਸੁਹਾਗਣਾ, ਮੈਂ ਵੀ ਇਹਨਾਂ ਵਰਗੀਆਂ ਬਣਾ। ਤਿਨਾ ਦੇਖ ਮਨ ਚਾਓ ਉਠਣ ਦਾ, ਹਉ ਕਦ ਪਾਈ ਗੁਣ ਤਾਸਾ। Look at what Maharaj is saying. When your inner desire to meet Vaheguru, we all know we need to meet Vaheguru, but our desires are not as strong. Some of us have very strong desires. They sit in Amrit Vela for 6 hours. Some of us, ਕਈ ਐਸੇ ਗੁਰਮੁਖ ਨੇ 3-3 4-4 ਘੰਟੇ ਅੰਮ੍ਰਿਤ ਵੇਲੇ ਬੈਠ ਕੇ ਤੇ ਅਭਿਆਸ ਕਰਦੇ ਨੇ, ਰੋਂਦਿਆਂ ਸਿਮਰਨ ਕਰਦੇ ਨੇ, ਰੋਂਦਿਆਂ ਬਾਣੀ ਪੜ੍ਹਦੇ ਨੇ। ਤੁਧ ਬਾਜ ਪਿਆਰੇ ਕੇਵਰਾਂ ਸਾਵੜਿਆਈ ਦੇ, ਜਿਤ ਨਾਮ ਤੇਰੇ ਲਾਗ ਰਹਾ, ਦੂਜਾ ਨਾਹੀ ਕੋਏ ਜਿਸ ਆਗਹਿ ਪਿਆਰੇ ਜਾਏ ਕਹਾਂ। ਬਾਬਾ ਸੋਹਣ ਸਿੰਘ ਜੀ, ਜਿੱਥੇ ਮਲਾਕੇ ਦਾ ਗੁਰਦੁਆਰਾ ਹੈ, ਰਾਤ ਨੂੰ ਸਮਾਪਤੀ ਹੁੰਦੀ ਸੀ ਨਾ, ਸੁਖਾਸਨ ਹੁੰਦਾ। ਇੱਕ ਭਾਈ ਪਿਆਰਾ ਸਿੰਘ ਜੀ ਹੁੰਦੇ ਸਨ, ਮਹਾਰਾਜ ਜੀਆਂ ਦਾ ਸਰੂਪ, ਉਹਨਾਂ ਨੇ ਸੇਵਾ ਕਰਨੀ। ਜਦੋਂ ਸੁਖ ਆਸਨ ਹੋ ਜਾਣਾ, ਮੈਂ ਆਮ ਇਹ ਬਚਨ ਕਥਾ 'ਚ ਕਰਦਾ ਹੁੰਦਾ ਕਿ ਮੈਨੂੰ ਬਹੁਤ ਇਰੀਟੇਸ਼ਨ ਹੁੰਦੀ ਹੈ ਜਦੋਂ ਕੋਈ ਕਵੇ ਨਾ, ਅਰਦਾਸ ਹੁੰਦੀ ਹੈ ਸੁਖਾਸਨ ਦੀ, ਤੇ ਸਿੰਘ ਸਾਹਿਬ ਕਦੀ ਕਦੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਸੰਗਤਾਂ ਨੂੰ ਛੁੱਟੀਆਂ ਬਖਸ਼ੋ। ਮੈਨੂੰ ਅੰਮ੍ਰਿਤਸਰ ਸਾਹਿਬ ਇੱਕ ਗੁਰਸਿੱਖ ਮਿਲੇ ਇੱਕ ਵਾਰੀ, ਮੈਨੂੰ ਕਹਿਣ ਲੱਗੇ ਕਿ ਭਾਈ ਸਾਹਿਬ ਜੀ ਕੁਝ ਉਹਨਾਂ ਨੇ ਗਲਤ ਕਿਹਾ। ਹੁਣ ਇਹ ਅਰਦਾਸ ਮੈਂ ਛੋਟਿਆਂ ਤੋਂ ਸੁਣ ਰਿਹਾ ਕਿ ਸੰਗਤ ਜੀ ਆਪਾਂ ਆਮ ਸੁਣਦੇ ਹਨ ਕਿ ਵਾਹਿਗੁਰੂ ਜੀ ਗੁਰੂ ਸਾਹਿਬ ਜੀ ਹੁਣ ਛੁੱਟੀਆਂ ਬਖਸ਼ੋ। ਤੇ ਇੱਕ
ਗੁਰਮੁਖ ਜੀ ਦਾ ਅੰਦਰ ਨਾਮ ਦੇ ਨਾਲ ਰੰਗਿਆ ਹੋਇਆ ਮੈਨੂੰ ਕਹਿਣ ਲੱਗਾ, ਮੈਂ ਗੁਰਸਿੱਖ ਆਊਟਸਾਈਡ ਆਫ ਦਰਬਾਰ ਸਾਹਿਬ, ਕਈ ਸਾਲਾਂ ਦੀ ਗੱਲ ਹੈ, ਅਰਦਾਸ ਹੋਈ ਤੇ ਉਹਨਾਂ ਨੇ ਮੈਨੂੰ ਸਵਾਲ ਕੀਤਾ, ਵੀਰ ਜੀ, ਡੂ ਯੂ ਫਾਈਂਡ ਐਨੀਥਿੰਗ ਦੈਟ ਇਜ਼ ਵੀਅਰਡ or anything that is off sounding in the ਅਰਦਾਸ? and I confidently go, no ਭਾਈ ਸਾਹਿਬ, it's perfect ਅਰਦਾਸ, ਮੈਂ ਵੀ ਇਦਾਂ ਦੀ ਅਰਦਾਸ ਕਰਦਾ ਹਾਂ। ਤੇ ਪਿਆਰੇ, ਉਹਨਾਂ ਦਾ ਜਵਾਬ ਆਇਆ। ਜਦੋਂ ਜਵਾਬ ਆਇਆ ਨਾ, ਉਹਨਾਂ ਦੀ ਜੀਭ ਜਿਹੜੀ ਸੀ ਉਹ ਘੱਟ ਬੋਲੀ, ਉਹਨਾਂ ਦੀਆਂ ਅੱਖਾਂ ਜ਼ਿਆਦੀਆਂ ਬੋਲੀਆਂ। ਧਿਆਨ ਦਿਓ, ਇਹ ਪਿਆਰ ਵਾਲੇ ਦੀਆਂ ਗੱਲਾਂ ਵੱਖਰੀਆਂ ਹੁੰਦੀਆਂ। someone that is in love, they behave differently। ਪਤਾ ਕੀ ਕਿਹਾ? ਅੱਜ ਤੱਕ ਉਹ ਗੱਲ ਮੇਰੇ ਹਿਰਦੇ 'ਚ ਹੈ। ਕਹਿੰਦੇ, ਵੀਰ ਜੀ, ਅਸੀਂ ਕਹਿੰਦੇ ਹਾਂ ਕਿ ਗੁਰੂ ਜੀ ਛੁੱਟੀਆਂ ਬਖਸ਼ੋ, ਮੈਂ ਨਹੀਂ ਇੱਦਾਂ ਕਹਿ ਸਕਦਾ। ਗੁਰੂ ਸਾਹਿਬ ਤੋਂ ਇਲਾਵਾ, ਗੁਰੂ ਸਾਹਿਬ ਜਦੋਂ ਸੱਚਖੰਡ ਨੂੰ ਰਾਤ ਜਾਂਦੇ ਨੇ, ਗੁਰੂ ਸਾਹਿਬ ਤੋਂ ਬਿਨਾਂ ਕਾਹਦੀਆਂ ਛੁੱਟੀਆਂ? ਇਹੀ ਮੇਰਾ ਸਭ ਕੁਝ ਨੇ, ਇਹਨਾਂ ਤੋਂ ਬਿਨਾਂ ਮੇਰਾ ਕਾਹਦਾ ਆਰਾਮ? ਆਖੋ ਸਤਨਾਮ। ਜਿਨ੍ਹਾਂ ਦੇ ਹਿਰਦੇ ਰੰਗੇ ਨੇ, ਉਹਨਾਂ ਦੀ ਬੋਲੀ ਕੁਝ ਹੋਰ ਹੈ। ਜਿਨ੍ਹਾਂ ਦੇ ਮਨ ਰੰਗੇ ਨੇ, ਉਹਨਾਂ ਦਾ ਸੋਚਣ ਦਾ ਤਰੀਕਾ, ਉੱਠਣ ਬੈਠਣ ਦਾ ਤਰੀਕਾ ਕੁਝ ਹੋਰ ਹੈ। ਤੇ ਮਹਾਂਪੁਰਖਾਂ ਕੋਲ ਆਈਏ, ਆਫ ਦ ਸੁਖਾਸਨ। ਬਾਬਾ ਜੀ ਪਹਿਲਾਂ ਕੀਰਤਨ ਨਹੀਂ ਜਾਣਦੇ ਸੀ, ਇੰਡੀਆ ਗਏ, ਵਿਦਿਆ ਪ੍ਰਾਪਤ ਕੀਤੀ। ਇੱਥੇ ਨਾ, ਜਿੱਥੇ ਮਲਾਕੇ ਦਾ ਗੁਰਦੁਆਰਾ ਨਾ, ਭੁੰਜੇ ਬੈਠ ਜਾਣਾ ਵਾਜਾ ਲੈ ਕੇ। ਕਦੀ ਕਦੀ ਢੋਲਕੀ ਵਾਲਾ ਇੱਕ ਸਿੰਘ ਹੁੰਦਾ ਸੀ ਤੇ ਕਦੀ ਨਹੀਂ। ਇੱਕ ਸੁਰ ਤੇ ਮਹਾਂਪੁਰਖਾਂ ਨੇ ਹੱਥ ਰੱਖਣਾ, ਇੱਕ ਸੁਰ ਨੂੰ ਨੱਪ ਕੇ ਤੇ ਬਾਬਾ ਜੀਆਂ ਨੇ ਧਾਰਨਾ ਸ਼ਬਦ ਪੜ੍ਹਨੀ ਜੀ। ਕਈ ਸਮਾਂ ਲੰਘ ਜਾਣਾ ਤੇ ਉਹਨਾਂ ਨੇ ਉੱਥੇ ਬੈਠ ਕਰਕੇ ਸ਼ਬਦ ਪੜ੍ਹਨਾ। ਪਰ ਜੇ ਕਿਤੇ ਕੋਈ ਸੰਗਤ ਆਵੇ ਮਿਲਣ ਨੂੰ ਤਾਂ ਉਹ ਦਿਨ ਫਿਰ ਉਹ ਨਹੀਂ ਕਰਦੇ ਹੁੰਦੇ ਸੀ ਨੇਮ ਜੀ। ਅੱਜ ਵੀ ਐਸੇ ਪ੍ਰੇਮੀ ਦੱਸਦੇ ਨੇ, ਕਈ ਵਾਰ ਸੁਖਾਸਨ ਦੇ ਸਮੇਂ ਤੋਂ ਬਾਅਦ ਜਾਣਾ, ਪਿੱਛੋਂ ਦੀ ਆਉਣਾ ਤੇ ਦੇਖਣਾ ਕਿ ਬਾਬਾ ਜੀ ਬੈਠੇ ਨੇ, ਇੱਕ ਸੁਰ ਤੇ ਹੱਥ ਲੱਗਾ, ਅੱਖਾਂ ਬੰਦ ਨੇ ਤੇ ਉਹੀ ਸ਼ਬਦ ਬਾਰ-ਬਾਰ ਪੜ੍ਹੀ ਜਾਂਦੇ ਨੇ। ਤੇ ਪਿਆਰਿਓ, ਇਹੋ ਜੀ ਸੀਨ ਦੇਖ ਕਰਕੇ ਜਗਿਆਸੂ ਦਾ ਮਨ ਕਿੰਨਾ ਕੁ ਖਿੜਦਾ ਹੋਵੇਗਾ ਕਿ ਮੈਂ ਵੀ ਹੋ ਸਕੇ ਤਾਂ ਸਤਿਗੁਰੂ ਕਦੇ ਇਹਨਾਂ ਦੇ ਪੈਰਾਂ ਵਰਗਾ ਬਣਾ। ਤਿੰਨ ਹੀ ਜੈਸੀ ਥੀ ਰਹਾ, ਜਪ ਜਪ ਹਿਰਦੈ ਮੁਰਾਰ। ਬਾਣੀ ਕਹਿੰਦੀ ਹੈ ਨਾ, ਇਹਨਾਂ ਵਰਗਾ ਕਿਤੇ ਇੱਕ ਦਿਨ ਮੈਂ ਵੀ ਹੋ ਸਕਾਂ। ਤਿੰਨ ਹੀ ਜੈਸੀ ਥੀ ਰਹਾ। ਹੇ ਵਾਹਿਗੁਰੂ, may I someday be like them who keep remembering your name day and night। ਤਿਨਾਂ ਦੇਖ ਮਨ ਚਾਓ ਉੱਠਣ ਦਾ, ਹਉ ਕਦ ਪਾਈ ਗੁਣ ਤਾਸਾ। ਪਿਆਰਿਓ, ਜਦੋਂ ਵੀ ਮਨ ਡਾਵਾਂ ਡੋਲ ਵਿੱਚ ਆਵੇ, ਜਦੋਂ ਵੀ ਮਨ ਕਵੇ ਕਿ ਰਹਿਣ ਦਿਓ, ਅੱਜ ਸੁਖਮਨੀ ਸਾਹਿਬ ਪਾਠ ਕਰਨ ਦੀ ਲੋੜ ਨਹੀਂ, ਅੱਜ ਚਲੋ ਛੱਡੋ ਪਰੇ ਜਪਜੀ ਸਾਹਿਬ ਨੂੰ, ਜਾਪ ਸਾਹਿਬ ਪੜ੍ਹਨ ਦੀ ਲੋੜ ਨਹੀਂ, ਅੱਜ ਸਵਈਏ ਪੜ੍ਹਨ ਦੀ ਲੋੜ ਨਹੀਂ, ਆਨੰਦ ਸਾਹਿਬ ਚਲੋ 6 ਪੌੜੀਆਂ ਪੜ੍ਹ ਕੇ ਤੇ ਭੋਗ ਪਾ ਦੂੰ, ਨਹੀਂ। ਇਹ ਮਨ ਆਲਸ ਕਰਦਾ ਆ, ਮਨ ਉਦੋਂ ਦਲਿਦਰੀ ਕਰਦਾ ਆ। ਤੇ ਸਾਧ ਸੰਗਤ, ਕਿਤੇ ਗੁਰਮੁਖਾਂ ਦੀ ਸੰਗਤ 'ਚ ਬੈਠ ਜਾਓ, ਉਹ ਕਦੇ ਵੀ ਸਾਨੂੰ ਆਲਸ ਕਰਨ ਦੇਣ ਹੀ ਗਏ ਨਹੀਂ। They will never let you go lazy। ਇਹਨਾਂ ਦੀ ਵਡਿਆਈ ਹੈ, ਆਪ ਰੰਗੇ ਹੋਏ ਨੇ, ਹੋਰਨਾਂ ਨੂੰ ਜਦੋਂ ਲਾਗੇ ਜਾ ਕਰਕੇ ਬੈਠਦੇ ਨੇ, ਥੋੜਾ ਬਹੁਤਾ ਰੰਗ ਉਹਨਾਂ ਤੇ ਵੀ ਲੱਗਦਾ ਹੈ। ਆਖੋ ਸਤਨਾਮ। ਅਗਲਾ, I'm still talking about how they color your mind। ਤਿੰਨਾਂ ਦੇਖ, ਇੱਥੇ ਪੰਕਤੀ ਕਹਿੰਦੀ ਹੈ ਦੇਖ ਕੇ। ਇੱਕ ਭਗਤ ਫਰੀਦ ਜੀ ਬਾਣੀ 'ਚ ਕਹਿੰਦੇ ਨੇ ਜੀ, ਧਿਆਨ ਦਿਓ, ਕਿਉਂਕਿ ਜੇ ਮੈਂ ਸਿੱਧਾ ਮਹਾਂਪੁਰਖਾਂ ਦੇ ਜੀਵਨ ਵੱਲ ਗਿਆ ਤਾਂ ਲੋਕਾਂ ਨੇ ਕਹਿਣਾ ਆ ਗਏ ਜੀ, ਮਹਾਂਪੁਰਖਾਂ ਦੀਆਂ ਗੱਲਾਂ ਜੀਆਂ ਸੁਣਾ ਕੇ ਤੇ ਚਲੇ ਗਏ, ਬਾਣੀ ਤੋਂ ਕੁਝ ਦੱਸ ਕੇ ਨਹੀਂ ਗਏ। ਅੱਜ ਜੀ ਕਈ ਇਹੋ ਜਿਹੇ ਕਹਿੰਦੇ ਹੁੰਦੇ ਜੀ, some people they make all kinds of comments। ਮੈਂ ਤਾਂ ਬਹੁਤ ਕੁਝ ਸੁਣਦਾ ਜੀ ਕਿ ਵੀਰ ਜੀ ਬਾਣੀ ਵੱਲ ਬੋਲਿਆ ਕਰੋ, ਹੋਰ ਕੁਝ ਰਹਿਣ ਦਿਓ, ਸਭ ਕੁਝ ਸੁਣ ਕੇ ਜਾਇਓ ਜੀ, ਸਾਖੀ ਵੀ, ਬਾਣੀ ਵੀ, ਇਤਿਹਾਸ ਵੀ, ਸਾਰਾ ਕੁਝ। ਪਿਆਰਿਓ, ਸਭ ਤੋਂ ਪਹਿਲਾਂ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਕਹਿੰਦੇ ਨੇ, ਉਹ ਜ਼ਰੂਰ ਅਸੀਂ ਸੁਣੀਏ। ਭਗਤ ਫਰੀਦ ਜੀ ਕਹਿੰਦੇ ਨੇ, ਜਦੋਂ ਜਗਿਆਸੂ ਥੱਕ ਜਾਂਦਾ ਹੈ ਨਾ, ਆਲਸ ਕਰਦਾ ਹੈ, when you are starting to give up। ਧਿਆਨ ਦਿਓ, ਕਿਤੇ ਸਾਡੀ ਗੱਲ ਤਾਂ ਨਹੀਂ। ਚੰਗਾ ਭਲਾ ਕਈ ਸਾਲ ਪਹਿਲਾਂ ਅੰਮ੍ਰਿਤ ਛਕਿਆ ਸੀ, ਹੁਣ ਮਨ ਨੂੰ ਜੀ ਨਹੀਂ ਕਰਦਾ ਬਾਣੀ ਪੜ੍ਹਨ ਨੂੰ, ਅੰਮ੍ਰਿਤ ਵੇਲੇ ਉੱਠਦਾ ਹੀ ਨਹੀਂ, ਗੁਰਮੁਖਾਂ ਨੂੰ ਦੇਖ ਕੇ ਮੂੰਹ ਪਾਸੇ ਕਰ ਲੈਂਦਾ, ਮੈਂ ਨਹੀਂ ਫਤਿਹ ਬੁਲਾਉਣੀ। ਕਿਤੇ ਸਾਡਾ ਹਾਲ ਨਹੀਂ। ਸਾਧ ਸੰਗਤ, ਭਗਤ ਫਰੀਦ ਜੀ ਕਹਿੰਦੇ ਨੇ ਕਿ ਛੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ। ਭਗਤ ਫਰੀਦ ਜੀ ਇਨ ਦਿਸ ਵਨ ਸ਼ਬਦ, ਇਹ ਇੱਕ ਪੰਕਤੀ ਦੀ ਆਧਾਰ ਲੈ ਕਰਕੇ ਅੱਗੇ ਚਲੀਏ। ਛੈਲ ਦੇ ਅਰਥ ਨੇ ਜਿਹੜਾ ਛੈਲ ਛਬੀਲਾ ਗੱਭਰੂ ਨੌਜਵਾਨ ਹੋਵੇ। ਦੇਖੋ ਭਗਤ ਫਰੀਦ ਜੀ ਬਾਣੀ ਤੋਂ ਕਹਿੰਦੇ ਨੇ
छैल लगन दे पार भगत जी कहते ने, he's talking about the जीव आत्मा, the soul, standing next to the ocean of कलयुग। कलयुग रूपी जिहड़ा भव सागर है, इहदे कंढियां ते खड़ के जिहड़ी जीव आत्मा है देखदी है कि सारे ही डुबदे ने, everyone is drowning। ते जदों ये देखदी आ कि एक छैल छबीला किते कोई गबरू टप करके भव सागर तो ते वाहिगुरू दे नाल मिलाप करदा है, ते इहदे मन नूं आस प्राप्त हुंदी है, इहदे मन नूं हौसला हुंदा है कि देख कोई तां है जिहड़ा वाहिगुरू नूं मिल के चलिया। आखो सतनाम। That's the most amazing thing about meeting saints, if you ask me personally. It gives you hope. Look, someone in their physical body is doing so much of kamai. Someone in their physical body, just like you and I, they have 2 hands, 2 legs, a face, a brain, internal organs. And with all that, they're doing so much of kamai and getting grace from Guru Sahib. What is stopping me from even becoming 1% out of that? ਬਹੁਤਾ ਨਹੀਂ, ਘੱਟੋ ਘੱਟ 1% ਤਾਂ ਉਹਦੇ ਜੀਵਨ ਵੱਲ ਦੇਖੀਏ। ਭਗਤ ਫਰੀਦ ਜੀ ਕਹਿੰਦੇ ਨੇ, ਦੇਖ ਭਾਈ ਸੰਤ ਸੰਗ ਤੇਰੀ ਪ੍ਰੀਤ। ਜਦੋਂ ਤੂੰ ਸੰਗਤ ਕਰੇਂਗਾ ਸਾਧੂਆਂ ਦੀ ਤੇ ਤੂੰ ਦੇਖੇਂਗਾ ਨਾ, ਦੇਖ ਕਿਵੇਂ ਰੱਬ ਨਾਲ ਜੁੜੇ ਨੇ, ਮਨ ਨੂੰ ਹੌਸਲਾ ਹੁੰਦਾ ਕਿ ਮਨ ਤੂੰ ਐਵੇਂ ਪਿੱਛੇ ਰਹਿ ਗਿਆ, ਤੂੰ ਵੀ ਹੁਣ ਕਮਰ ਕੱਸਾ ਬਣ ਤੇ ਨਾਮ ਜਪਣਾ ਸ਼ੁਰੂ ਕਰ। Don't get left behind। ਪਿਆਰਿਓ, ਤੀਜੀ ਗੱਲ, ਨਾਮ ਜਪਣ ਵਾਲਿਆਂ ਕੋਲ ਸੰਗਤ ਕਰਨੀ। The third reason why ਸੰਤ ਸੰਗ ਤੇਰੀ ਪ੍ਰੀਤ is important। ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਵੱਲ ਚੱਲੀਏ। I've quoted ਗੁਰੂ ਗ੍ਰੰਥ ਸਾਹਿਬ ਮਹਾਰਾਜ। ਭਾਈ ਗੁਰਦਾਸ ਜੀ ਤਾਂ ਬਹੁਤ ਕੁਝ ਕਹਿੰਦੇ ਨੇ, ਚਲੋ ਮਲਾਕਾ, ਸਰੰਬਨ ਗੁਰਦੁਆਰੇ, ਈਪੋ, ਬਹੁਤ ਥਾਵਾਂ ਤੇ ਉਹਨਾਂ ਦੇ ਜਿਹੜੇ ਬਚਨ ਸੀ ਸੰਗਤ ਦੇ ਅੱਗੇ ਰੱਖੇ। ਆ ਗਜ਼ਲਾਂ ਰਹਿ ਗਈਆਂ। ਮੈਂ ਸੋਚਿਆ ਕਿ ਅੱਜ ਰਾਤ ਦਾ ਅਖੀਰਲਾ ਦੀਵਾਨ ਹੈ ਬਾਬਾ ਜੀ ਦੀ ਯਾਦਗਿਰੀ ਵਿੱਚ ਭਾਈ ਨੰਦ ਲਾਲ ਜੀ ਦੀ ਜਿਹੜੀ ਉਹਨਾਂ ਦੀ ਰਚਨਾ ਹੈ, ਉਹਨਾਂ ਦੇ ਵਿੱਚੋਂ ਵੀ ਥੋੜ੍ਹਾ ਚਾਨਣਾ ਆਪਾਂ ਆਪਣੇ ਜੀਵਨ 'ਚ ਲਈਏ ਜੀ। ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤ ਜ਼ਿਕਰ, ਇਹ ਇਹਨਾਂ ਦੇ ਬਚਨ ਨੇ। ਯੂ ਨੋ ਭਾਈ ਨੰਦ ਲਾਲ ਜੀ ਸੇਜ਼, ਇੱਕ ਹੈਗਾ ਦਰਖਤ ਜਿਹਦਾ ਨਾਂ ਆ ਕਲਪ ਬ੍ਰਿਛ। There's this tree which is extensively quoted in Guru Granth Sahib and ਭਾਈ ਗੁਰਦਾਸ ਜੀ ਵਾਰਾਂ ਐਨ ਕਬਿਤ ਸਵਈਏ। ਉਸ ਬ੍ਰਿਛ ਦਾ ਨਾਮ ਹੈ ਕਲਪ। It is said to be a tree that grows in the courtyard of this demigod called Indra. And it is said, if you sit under that tree and you wish for anything, that tree grants you that. Just like that mythical wish fulfilling cow, ਕਾਮ ਧੇਨ। ਅਸੀਂ ਪੜ੍ਹਦੇ ਹਾਂ ਜੀ। Don't get confused. What is these new things that Veer ji is speaking about? No, it's all in Sri Guru Granth Sahib Maharaj। ਵਿਚਾਰ ਕਰਕੇ ਪੜ੍ਹਿਓ। ਕਲਪ ਬ੍ਰਿਛ ਵੀ ਮਹਾਰਾਜ ਜੀ ਇਹਦਾ ਜ਼ਿਕਰ ਕਰਦੇ ਨੇ। ਕਾਮ ਧੇਨ ਗਊ, ਇਹਦਾ ਵੀ ਜ਼ਿਕਰ ਬਾਣੀ ਵਿੱਚ ਆਉਂਦਾ ਆ। ਤੇ ਸਤਿਗੁਰੂ ਕਹਿੰਦੇ ਨੇ, ਹੁਣ ਭਾਈ ਨੰਦ ਲਾਲ ਜੀ ਯੂਜ਼ਸ ਦਿਸ ਐਗਜ਼ਾਮਪਲ। ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਜਿਹੜਾ ਕਲਪ ਬ੍ਰਿਛ ਦੀ ਛਾਂ ਦੇ ਥੱਲੇ ਬਹਿੰਦਾ ਆ, ਜੋ ਵੀ ਉਹਦੇ ਮਨ 'ਚ ਇੱਛਾ ਹੁੰਦੀ ਹੈ ਤੇ ਉਹ ਬੂਟਾ ਉਹਨੂੰ ਦਿੰਦਾ ਆ। He's quoting that tree in the courtyard of Indra Devta, and then ਭਾਈ ਨੰਦ ਲਾਲ ਜੀ gives a contrast। ਕਹਿੰਦੇ ਨੇ, ਪਰ ਸੱਚ ਜਾਣਿਓ ਗੁਰਸਿੱਖੋ, ਜਿਹੜਾ ਵੀ ਸਾਧੂਆਂ ਦੀ ਸੰਗਤ ਵਿੱਚ ਜਾਵੇਗਾ, ਕਲਪ ਬ੍ਰਿਛ ਦੇ ਸੰਗਤ ਕਰਕੇ ਤੇ ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਤੇ ਜੇ ਕਿਤੇ ਕੋਈ ਜਾ ਕਰਕੇ ਸਾਧੂਆਂ ਦੀ ਸੰਗਤ 'ਚ ਚਲਿਆ ਜਾਵੇ, ਮਨ ਦੀਆਂ ਮੁਰਾਦਾਂ ਤਾਂ ਪੂਰੀਆਂ ਹੀ ਪੂਰੀਆਂ ਹੋਣਗੀਆਂ, ਉੱਥੇ ਜਾ ਕਰਕੇ ਤੇ ਵਾਹਿਗੁਰੂ ਪਰਮੇਸ਼ਰ ਦੀ ਮਿਲਾਪ ਹੋਵੇਗੀ ਜੀ। बज़ेर शाह आए टूबा मुराद हाँ याबी। फारसी दे बोल ने। भाई नंद लाल जी says, if you're seated under that shade of that kalb tree, बज़ेर शाह आए टूबा मुराद हाँ याबी, बज़ेर शाह मरदान हक खुदा याबी। पर जे किते रब दे प्यारियां दी संगत विच चले जावे, ऐसा जग्यासू, ऐसा प्रेमी, ऐसा कोई मन की मुराद जो पूरी करना चाहे, उत्थे केवल मन दियां मुरादां नहीं, उत्ते आप परमेश्वर जा करके उन्होंने अगे होके मिलते हैं जी। साधु ऐसे ने जी। वी वर रीडिंग दैट शब्द, यह निशानी साध की जिस भेटत,
ਬਦਤਰ ਹੀ ਹੈ। ਲੈਟ ਅਸ ਕਮ ਬੈਕ ਟੂ ਬਾਬਾ ਸੋਹਣ ਸਿੰਘ ਜੀ। ਬਹੁਤ ਉਹਨਾਂ ਬਾਰੇ ਵੱਖ-ਵੱਖ ਗੁਰਦੁਆਰਿਆਂ 'ਚ ਵਿਚਾਰ ਹੋਈ। 3 ਦੀਵਾਨ ਮਲਾਕੇ ਗੁਰਦੁਆਰੇ ਵਿੱਚ ਆਪ ਜੀਆਂ ਦੇ ਸਨਮੁਖ ਅਸੀਂ ਹਾਜ਼ਰੀ ਲਗਾਈ ਤੇ ਉੱਥੇ ਵੀ ਬਾਬਾ ਜੀ ਦਾ ਜ਼ਿਕਰ ਚੱਲਿਆ। ਅੱਜ ਰਾਤ ਮੈਂ ਨਾ ਜਿਹੜਾ ਬੰਦੇ ਦੇ ਹਿਰਦੇ ਤੇ ਸਭ ਤੋਂ ਵੱਡਾ ਦੁੱਖ ਹੈ ਨਾ, 4 ਤਰ੍ਹਾਂ ਦੇ ਦੁੱਖ ਨੇ। ਜਿਹੜਾ ਸਭ ਤੋਂ ਵੱਡਾ ਦੁੱਖ ਮੰਨਿਆ ਜਾਂਦਾ ਹੈ, ਜੋ ਬੰਦੇ ਨੂੰ ਸਕਾ ਕੇ ਰੱਖ ਦਿੰਦਾ ਹੈ ਤੇ ਅੰਦਰੋਂ ਮਾਰਦਾ ਹੈ, ਉਹ ਦੁੱਖ ਸੰਤ ਦੂਰ ਕਰਦੇ ਨੇ ਜੀ। ਦੁੱਖ ਦੂਰ ਕਰਨ ਜੀਅ ਕੇ ਦਾਤਾਰਾ, ਸੰਤ ਰਹਿਤ ਸੁਣੋ ਮੇਰੇ ਭਾਈ, ਉਵਾਂ ਕੀ ਮਹਿਮਾ ਕਥਨ ਨਾ ਜਾਏ। ਇਸ ਸ਼ਬਦ ਵਿੱਚ ਇੱਕ ਪੰਕਤੀ ਆਉਂਦੀ ਹੈ, ਦੁੱਖ ਦੂਰ ਕਰਨ ਜੀਅ ਕੇ ਦਾਤਾਰਾ। ਆ ਧਿਆਨ ਨਾਲ ਮੇਰੀ ਗੱਲ ਸੁਣਿਓ। They take away your pains। ਬਾਬਾ ਜੀ ਬਾਣੀ 'ਚ ਕਹਿੰਦੇ ਨੇ ਨਾ ਸਤਿਗੁਰੂ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ। 4 ਤਰ੍ਹਾਂ ਦੇ ਦੁੱਖ ਨੇ ਸ਼ਬਦ ਦੇ ਵਿੱਚ ਸਤਿਗੁਰੂ ਦੱਸ ਦਿੰਦੇ, 4 types of pain। ਤੇ ਪਿਆਰਿਓ, ਸਭ ਤੋਂ ਵੱਡਾ ਦੁੱਖ ਹੈ ਵਿਛੋੜੇ ਦਾ। ਆਖੋ ਸਤਿਨਾਮ। You know what is pain of separation? ਜਿਹਦੇ ਨਾਲ ਸਭ ਤੋਂ ਜ਼ਿਆਦਾ ਪਿਆਰ ਹੋਵੇ ਘਰ ਦੇ ਵਿੱਚ, ਉਹ ਕਿਤੇ ਮਰ ਜਾਵੇ, ਸਾਨੂੰ ਸਦੀਵੀ ਵਿਛੋੜਾ ਦੇ ਜਾਵੇ ਤਾਂ ਬੰਦਾ ਸਾਰੀ ਉਮਰ ਉਹਨੂੰ ਯਾਦ ਕਰਦਾ ਹੈ ਜੀ। ਵਿਛੋੜੇ ਦਾ ਦੁੱਖ ਇੰਨਾ ਵੱਡਾ ਹੈ, 50-50, 40-40, 20-20 ਸਾਲ ਅਗਲਾ ਚਲਿਆ ਜਾਵੇ, ਜਿਸ ਦਿਨ ਤੇ ਉਹਦੀ ਮੌਤ ਹੁੰਦੀ ਹੈ, ਘਰ ਵਾਲੇ ਕਹਿੰਦੇ ਨੇ ਅੱਜ ਜੀ ਸਿੰਪਲ ਖਾਣਾ ਪਕਾ ਦਿਓ, ਅੱਜ ਮੇਰਾ ਮੂਡ ਨਹੀਂ ਹੈ ਛਕਣ ਦਾ, ਇਸ ਦਿਨ ਤੇ ਮੇਰੀ ਮੰਮੀ ਮੈਨੂੰ ਛੱਡ ਕੇ ਚਲੀ ਗਈ ਸੀ, ਇਸ ਦਿਨ ਤੇ ਮੇਰੇ ਪੁੱਤ ਚਲੇ ਗਏ, ਇਸ ਦਿਨ ਤੇ ਮੇਰੀ ਧੀ ਚਲੀ ਗਈ। ਇਹ ਵਿਛੋੜੇ ਦਾ ਦੁੱਖ ਬਹੁਤ ਵੱਡਾ ਹੈ ਜੀ। ਇੱਕ ਵਾਰ ਬਾਬਾ ਜੀ ਰਫਲੀ ਇਨ ਦ ਈਅਰ 1962 ਪ੍ਰਚਾਰ ਫੇਰੀ ਤੇ ਜਾਂਦੇ ਨੇ ਪੇਰਕ ਸਟੇਟ ਵਿੱਚ, ਤੇ ਗੁਰਦੁਆਰਿਆਂ ਵਿੱਚ ਜਾਂਦਿਆਂ ਕੰਪਰ ਦਾ ਗੁਰਦੁਆਰਾ ਜਿੱਥੇ ਹੈ ਉੱਥੇ ਗਏ ਜੀ। ਉੱਥੇ ਗਏ ਤੇ ਉੱਥੇ ਇੱਕ ਜੋੜਾ ਆਣ ਕੇ ਉਹਨਾਂ ਨੂੰ ਮਿਲਦਾ ਹੈ। ਸਾਰੀ ਸੰਗਤ ਨੇ ਸਵਾਗਤ ਕੀਤਾ। ਇਮੈਜਿਨ ਬਾਬਾ ਜੀ comes to ਕੰਪਰ ਗੁਰਦੁਆਰਾ ਸਾਹਿਬ, all the ਸੰਗਤ they so excited they meet ਬਾਬਾ ਜੀ। there was this couple, ਦਲਬੀਰ ਸਿੰਘ ਨਿਰਮਲ ਤੇ ਉਹਦੀ ਘਰ ਵਾਲੀ ਪ੍ਰੀਤਮ ਕੌਰ। ਉਹ ਗਏ, ਮਹਾਂਪੁਰਖਾਂ ਨੂੰ ਫਤਿਹ ਬੁਲਾਈ ਤੇ ਕਹਿਣ ਲੱਗੇ ਕਿ ਬਾਬਾ ਜੀ ਕਿੰਨੇ ਦਿਨ ਦਾ ਪ੍ਰੋਗਰਾਮ ਹੈ? ਤੇ ਸਾਧੂ ਬਾਬਾ ਜੀ ਕਹਿਣ ਲੱਗੇ ਕਿ 3-4 ਦਿਨ ਦਾ ਹੈ ਜੀ ਇੱਥੇ। ਤੇ ਉਹਨਾਂ ਨੇ ਬੇਨਤੀ ਕੀਤੀ, ਜਿਹੜੀ ਘਰ ਵਾਲੀ ਸੀ ਉਹ ਰੋਣ ਲੱਗ ਪਈ। ਧਿਆਨ ਨਾਲ ਸੁਣਿਓ ਜੀ। ਕਹਿੰਦੇ ਕਿ ਬਾਬਾ ਜੀ ਜੇ ਆਏ ਹੋ ਨਾ ਤਾਂ ਸਾਡੇ ਘਰ 'ਚ ਚੰਨ ਪਾਇਓ, ਸਾਡਾ ਦੁੱਖ ਬਹੁਤ ਵੱਡਾ ਹੈ, ਰਾਤ ਸਾਡੇ ਘਰ 'ਚ ਠਹਿਰਿਓ ਜੀ। Can you please stay at our house at night? We want to speak to you in person. We want to discuss stuff with you. ਉਹ ਰੋਏ ਗਈ ਤੇ ਬਾਬਾ ਜੀ ਨੇ ਹਾਂ ਕੀਤੀ, ਘਰ ਗਏ। ਰਾਤ ਨੂੰ ਜਦੋਂ ਬੈਠੇ ਦੀਵਾਨ ਤੋਂ ਬਾਅਦ ਤੇ ਬਾਬਾ ਜੀ ਪੁੱਛਣ ਲੱਗੇ, ਧੀਏ ਗੱਲ ਕੀ ਹੈ? What's the problem? What's bugging you? ਜਵਾਬ ਆਇਆ, ਉਹ ਘਰ ਵਾਲੀ ਜਿਹੜੀ ਸੀ ਤੇ ਉਹਦਾ ਪਤੀ ਬੈਠੇ, ਕਹਿਣ ਲੱਗੇ ਬਾਬਾ ਜੀ ਸਾਡੇ ਘਰ ਬੱਚੇ ਨਹੀਂ ਹੁੰਦੇ ਸੀ, ਸਮਾਂ ਪਾ ਕਰਕੇ ਇੱਕ ਬੇਟੀ ਹੋਈ, ਉਸ ਤੋਂ ਬਾਅਦ ਇੱਕ ਲੜਕਾ ਹੋਇਆ ਬੇਟਾ। ਜਦੋਂ ਉਹਦੀ ਉਮਰ ਬਹੁਤ ਛੋਟੀ ਸੀ, ਅਚਾਨਕ ਉਹ ਬਿਮਾਰ ਹੋਇਆ ਤੇ ਉਹਦੀ ਮੌਤ ਹੋ ਗਈ। ਤੇ ਕਹਿਣ ਲੱਗੇ ਬਾਬਾ ਜੀ ਇੰਨੇ ਸਾਲ ਹੋ ਗਏ, ਅਸੀਂ ਹੁਣ ਸਾਡੀਆਂ ਉਮਰਾਂ ਵੱਧ ਗਈਆਂ। It has been so many years since our child has passed away, but until now we are unable to let go. ਇਹ ਬਹੁਤ ਵੱਡੀ ਬਿਮਾਰੀ ਹੈ ਜੀ, being unable to let go। ਡਿਪਰੈਸ਼ਨ ਦਾ ਵੱਡਾ ਕਾਰਨ ਇਹ ਹੈ, ਬੰਦਾ ਵਰਤਮਾਨ ਕਾਲ ਦੇ ਵਿੱਚ ਰਹਿੰਦਾ ਨਹੀਂ, ਭੂਤ ਕਾਲ ਜਿਹੜਾ ਹੈ ਉਹਦੇ ਚਿੰਤਨ ਵਿੱਚ ਸੋਚਦਾ ਮਨ ਨੂੰ ਸੱਟ ਲੱਗਦੀ ਹੈ ਤੇ ਕੈਮੀਕਲ ਦਾ ਲੋਚਾ ਪੈਂਦਾ ਹੈ ਤੇ ਉਸ ਕਰਕੇ ਇਹ ਬਿਮਾਰੀਆਂ ਦਾ ਅੱਗੇ ਅਧੀਨ ਹੁੰਦਾ ਜੀ। ਪਿਆਰਿਓ, ਉਹ ਰੋਈ ਗਈ, ਕਹਿੰਦੇ ਕਿ ਹਾਂ ਸਾਨੂੰ ਪਤਾ ਹੈ ਵਾਹਿਗੁਰੂ ਦਾ ਭਾਣਾ ਹੈ, ਸਾਨੂੰ ਪਤਾ ਹੈ ਕਿ ਮੈਨੂੰ ਮੰਨਣਾ ਪਵੇਗਾ, ਪਰ ਕਿੰਨੇ ਸਾਲ ਹੋ ਗਏ ਬਾਬਾ ਜੀ ਮਨ ਮੰਨਦਾ ਹੀ ਨਹੀਂ। ਹੁਣ ਅਗਲਾ ਕੀ ਆਖੇ ਉੱਤੇ? What can someone ordinary, ਮੇਰੇ ਵਰਗਾ ਚਲਿਆ ਜਾਵੇ ਉੱਥੇ ਕੀ ਆਖੇਗਾ ਜੀ? ਕਿਵੇਂ ਇਹਨਾਂ ਦਾ ਦੁੱਖ ਕੱਟੇਗਾ? How do you take away someone's pain that is there for many years? How do you help someone like that? ਸੋਚੋ ਜੀ,
जे अगला तुहानू ये दुख दवे तो तुसी की कहोगे जी? भैणे नाम जप, उठ के पाठ कर, इदां जी उदां। उन्होंने सब कुछ किया, वो नाम जपदे सी जी, दे वर गुरसिक्स, पर दुख जांदा ही नहीं सी। अंदरों मन रोई गया, मन मनन नूं तैयार नहीं कि बच्चे का विछोड़ा पै गया, जांदा नहीं। बाबा जी चुप कीते रहे। कुछ समय बाद बोले। कथा विचारां दे राहीं बोलदियां बोलदियां बाबा जी ने समझाया कि पुੱਤ धी सुनो मेरी गल है, वाहिगुरू दा भाणा है वगैरह वगैरह, जो आपां भोगां दे समय सुनते हैं जी, उही बचन बाणी दे उदाहरण दे करके, बाणी तो हवाला दे करके बाबा जी ने अगे गल समझाई। ते एंड ते ना हुण देखो, एक हुंदा गल कहनी, एक हुंदा उस तो बाद प्रैक्टिकल तौर ते अगले नूं दिखा देना। आखो सतनाम। हुण मेरे वर्गा बोलण तक सीमित है जी, बुलारे बोलण तक सीमित ने, इस तो गां नहीं कुछ कर सकते। साधु की पहुंच गां तक है। I can only speak about Gurbani, I can only say about whatever little things that I know, but I cannot show you anything. A saint is able to show you things. खालसा जी, बाबा जी कहते जाओ सौ जाओ, अमृत वेले उठना है, सोहले साहब का पाठ करके आराम करो। रात नूं की होया, पति पत्नी सुते ने, अचानक दोनों नूं सुपना आया। They both dreamed the same exact thing. Now all of you sitting here, educated people that believe in science, how do two people get the exact same dream? विचारण दी गल है। रात नूं सुपना आया, उन्हां दा बच्चा, जे मैं गलत ना होवां 3-4 साल दी उम्र सी, वो आया रात नूं, ये सुते सी सुपने दे विच, बच्चा आण के कोल बैठदा है ते कहंदा है मम्मी डैडी नूं, मेरा तुहाडे नाल जेड़ा रिश्ता सी वो इन्ने क सालां दा सी, वो टुट गया, पूरा हो गया। तुसीं एवें रोई जांदे, मैं तां अगां दा अगां किते दा किते चलिया गया, हुण तुसीं इदां ना करो, मैं बार बार तुहानूं ये गल्लां समझा नहीं सकदा। Their own son, they dream that he comes and he says these things कि मेरा ते तेरा रिश्ता इन्ने क सालां दा सी जी, you're stuck in the past, you're unable to move on, but I have moved on, and because of me you're suffering, stop doing this. साध संगत जी, सुपना टुटिया, अखां खुलियां, पति उठ के बैठा, पत्नी उठ के बैठी, दोवें एक दूजे वाल देखते ने ते एक दूजे नूं दसदे ने कि मैनूं इदां होया। अगला कहंदा मेरे नाल भी ये होया। समा देखिया अमृत वेले दा, गए जिस कमरे दे विच बाबा जी दा रात दा, उत्थे बाबा जी दा सारा बिस्तरा वगैरह तैयार किया, जा करके ते दरवाजा खटखटाया, महापुरख अंदर बैठे, आवाज़ दी गुरसिखो आओ। गए अंदर ते सारी गल सुनाई, ते महापुरखां दा सवाल आया, कहंदे मुस्कुरा के, हुण मन नूं किवें लगदा है? कहंदे बाबा जी, जिस पीड़ दे नाल, जिस पीड़ा ने सानू सालां बदी झखड़ के रखिया सी, जिस पीड़ा करके असी कदी मुस्कुरा नहीं सके, हस नहीं सके खुल के, अज बाबा जी तुसी साडे घर च चरण पाए, पहली रात ही तुसी साडे सालां दा दुख कट के ते सानू दिखा दिता जी। दुख दूर करन जी के दातारा। एक होर घटना विछोड़े दी जी। आम बंदा विछोड़ा करके बहुत वड्डा दुख है। मलाके गुरुद्वारे विच जदों बाबा जी दे आखिरी कुछ साल सी, एक बीबी रहिंदी सी, ओदे घर ओदी नौजवान धी चढ़ाई करदी है जी। शी हैड अ यंग टीनेज डॉटर। किसी कारण उहदी मौत हुंदी है ते ये जिहड़ी बीबी सी, ये गुरुद्वारे आउणियों बंद कर दिंदी है। कहंदी है बाबे ने मेरी धी खो ली जी, मैं नहीं मनदी रब नूं, मेरी हट्टी कट्टी नौजवान धी ते बाबा लै गया। कहंदे है ना असीं इदां, हाँ जी संगत जी, कि नहीं प्यारिओ, वो रोंदी कलंदी घर ही रही, कई कुछ महीने लंघ गए। एक दिन महापुरखां दी नज़र पई ते एक कोल दा संगी सी, मलाके गुरुद्वारे दे विच जिहड़ी एक बीबी सी, उन्हां दी दसी होई साखी है, बाबा जी दी जीवनी विच भी आंदी है जी। एक दिन बाबा जी सहज सुभाए पुछन लगे कि फलानी बीबी कितना चिर हो गया गुरुद्वारे दिखाई नहीं दिती। कहन लगे बाबा जी वो दुख दे अंदर सदमा करके घर ही बैठती है, आउंदी नहीं हुण गुरुद्वारे। यह निशानी साध की जिस भेटत, हुण देखो दुख दूर कर दे।
बाबा जी कहन लगे जा उन्होंने सद के लिया इत्थे, शामां नूं कहो भी आवे इत्थे। सोदर दे समय तो पहलों बीबी गुरुद्वारे आंदी है जी। शी कम्स टू द गुरुद्वारा, शी सिट्स एट द इन फ्रंट ऑफ द दरबार, उत्थे बैठदी है ते महापुरख कोल गए ते पुछदे ने कि धीए गल की है। दुखी औरत कहन लगी कि बाबा जी रोंदी हुई, मेरी धी सी इदां चली गई, मेथों सदमा बर्दाश्त नहीं होंदा, रब ने मेरे नाल ना इंसाफी की है। बाबा जी कहन लगे तू की चाहती है? बहुत समझाया, वो मन्ने ही ना। पहला तो समझाया गुरबाणी जो कहती है, साखियां जड़ियां ने वो भी दसियां। बाबा जी ट्राइज टू एक्सप्लेन मैनी थिंग्स, वो मन्ने ही ना, आख ही ना लगे। हार के बाबा जी कहते कि धीए तू चाहती की, व्हाट डू यू वांट? ते अगों कहे बाबा जी मैं देखना चाहती हाँ मेरी धी कित्थे है। आखो सतनाम। हुण मैनू ये गल कोई कह दे, मैं फतेह बुला के तो भजांगा ना, किवें दिखाइए जी? अगला मरिया होया महीने हो गए, किते दी किते आत्मा चली गई। हाउ डज एन एवरेज पर्सन शो सच थिंग्स? साधु दे असी निंदिया करते हैं कि साधु है ही नहीं। हुण देखो सवाल तगड़ा, बाबा जी मैं आप अपनी अखां नाल देखना चाहती हाँ, मेरी धी है किथे, किस हाल विच है? ते महापुरख कहन लगे कि नहीं धीए, ओदा तेरे नाल जिहड़ा रिश्ता सी शरीर करके वो इस संसार ते खत्म हो गया। मौत तो बाद ये संसारी रिश्ते नहीं रहिंदे। आ मावां धीआं भैन पुत्र भरा रिश्तेदार साख संबंधी मित्र ये तद तक ने जद तक जीव आत्मा शरीर विच है। जिस वेले शरीर दा खेड खत्म ये रिश्ते भी खत्म। महापुरखा ने गल समझाई, वो मन्ने ही ना। कहंदी बाबा जी मैनू दिखाओ। हुण जदों साधु दया दे घर विच आउंदे ने तां ही साध संगत जी गुरु साहिब इन्हां दी वडियाई तां करके करदे ने क्योंकि ये आम बंदे साडे वर्गे नहीं, ये आउंदे ने संसार ते लोकां दा भला करन। आखो सतनाम। दुख दूर करन जीए के दातारा। जिस दे अंदर आस खत्म हो जावे, जिस दे अंदर कोई इच्छा रह ही ना जावे कि मैं जीवन हुण बतीत करां, गुरु दे नेड़े जावां, उन्हां मुरझाया होया हिरदियां नूं हरा भरा करना ये महापुरखां दा काम है जी। प्यारेओ, बाबा जी कुछ समा चुप रहे ते कहन लगे धीए इंज कर, अखां बंद करके बैठ, जदों तेनों वो दिसेगी ना ना उदा सद के उन्होंने बुलाई, होर तेरा कोई काम नहीं। इफ यू वांट टू सी योर डिजीज्ड डॉटर, close your eyes and sit here, but when you look at her, when you see her, don't call her out। इन्हां दे जीवन च गल है जी। प्यारेओ, वो बीबी जिहड़ी है अथरू पूंजदी है छेती छेती कि हाँ हुण मैनू दिसेगी मेरी धी। बैठदी है, महापुरख उन्हां दे बगल विच बैठे ने, सिटिंग राइट नेक्स्ट टू हर, मोढे ते हथ रखिया ते प्यारेओ अखां बंद कीतियां। बीबी देखदी है किसी वड्डी जगह ते है जी। कई लोग गाड़ियों लंघदे ने, शी कैन नॉट आइडेंटिफाई, देयर आर मेनी पीपल वॉकिंग इन फ्रंट ऑफ हर, दिस इज व्हाट शी सीज। ते खालसा जी देखदियां देखदियां एक चेहरा उहदे पछाण च आया, उहदी धी दा। Suddenly she looks at one face that she recognizes and that is her daughter that has passed away। ते जदों मां दा हिरदा सी बर्दाश्त ना होया, उच्ची आवाज विच धी दा नाम लिया। She calls out to the daughter। प्यारिओ, जदों उन्हें सद्या उस लड़की ने पिछां भौं के देखिया नहीं। She keeps calling the daughter's name, but that daughter of hers, she doesn't look at the mother। बाबा जी ने हाथ इत्थे चुक लिया ते वो वापस अखां खोल के देखदी है, मिलाके गुरुद्वारे दे वेड़े च बैठी है ते कहंदी है कि महापुरखो ये की कीता, मैं अपनी धी देखी है। महापुरख कहन लगे मैं कहा सी नाम सदी ना। कहंदी है कि बाबा जी वो मेरी धी है, नाम किवें ना सदा। पर बाबा जी मन च एक शंका है ना। शी आस्क्स, बाबा जी देखो असी पढ़ते हैं अंत तेरा सहाई कोई नहीं ना, आ रिश्ते सारे दुनिया तक सीमित ने। बंदा 20-25 साल रोंदा रहिंदा है। ध्यान नाल सुनियो, फॉर दोस ऑफ अस दैट आर अनेबल टू मूव ऑन, मे बी दिस इज फॉर यू टुनाइट। ते बाबा जी कहने लगे की शंका है, व्हाट इज द डाउट इन योर माइंड? एंड शी सेज, बाबा जी व्हाई इज इट व्हेन आई कॉल्ड हर आउट शी डिडंट लुक बैक एट मी? वापस क्यों नहीं देखा?
ਤੇ ਮਹਾਂਪੁਰਖ ਕਹਿਣ ਲੱਗੇ ਕਿਉਂਕਿ ਜਿਸ ਵੇਲੇ ਉਹ ਸਰੀਰ ਛੱਡ ਕੇ ਗਈ ਤੇਰੇ ਨਾਲ ਉਹਦਾ ਨਾਤਾ ਟੁੱਟ ਗਿਆ। ਨਾ ਤੂੰ ਉਹ ਹੁਣ ਉਹਦੀ ਮਾਂ ਹੈ, ਨਾ ਉਹ ਤੇਰੀ ਲੜਕੀ ਹੈ। ਜੋ ਉਹਦੇ ਜੀਵ ਆਤਮਾ ਦੇ ਕਰਮ ਹੈ ਉਸ ਦੇ ਮੁਤਾਬਿਕ ਉਹ ਹੁਣ ਅਗਾਂਹ ਨੂੰ ਚਲੀ ਗਈ ਹੈ। ਤੇਰੇ ਨਾਲ ਉਹਦਾ ਕੋਈ ਰਿਸ਼ਤਾ ਨਹੀਂ ਰਿਹਾ। ਆਖੋ ਸਤਨਾਮ। ਤੇ ਅਸੀਂ ਸੰਸਾਰ 'ਚ ਕੀ ਕਰਦੇ ਹਾਂ ਜੀ? ਸਦਮਾ ਲੱਗਦਾ ਹੈ ਤੇ ਸਾਲਾਂ ਬਦੀ ਉਸੀ ਥਾਂ ਤੇ ਅਸੀਂ ਫਸ ਜਾਂਦੇ ਹਾਂ, ਅਗਾਂਹ ਜਾਣ ਦੇ ਜੋਗੇ ਨਹੀਂ ਹੁੰਦੇ। ਵੀ cannot seem to move on when such things happen to us। ਉਹ ਮਾਈ ਰੋਈ ਜਾਵੇ। ਬਾਬਾ ਜੀਆਂ ਨੇ ਕਿਹਾ ਕਿ ਧੀਏ ਹੁਣ ਕਿੱਦਾਂ ਅੰਦਰ ਮਹਿਸੂਸ ਹੁੰਦਾ ਹੈ? ਤੇ ਕਹਿਣ ਲੱਗੀ ਬਾਬਾ ਜੀ ਜਿਸ ਦੁੱਖ ਦਾ ਸਦਮਾ ਕਰਕੇ ਮੈਥੋਂ ਸੁੱਤਾ ਨਾ ਗਿਆ, ਖਾਣਾ ਛਕਿਆ ਨਾ ਗਿਆ, ਕੁਝ ਕਰਨ ਨੂੰ ਮਨ ਨਹੀਂ ਸੀ ਬਾਬਾ ਜੀ, ਤੁਹਾਡੇ ਲਾਗੇ ਮੈਂ ਅੱਧੇ ਘੰਟੇ 'ਚ ਬੈਠੀ ਤੇ ਜਿੰਨਾ ਦੁੱਖ ਸੀ ਤੁਸੀਂ ਚੱਕ ਕੇ ਤੇ ਪਰੇ ਕੀਤਾ। ਆਖੋ ਸਤਨਾਮ। ਦੁੱਖ ਦੂਰ ਕਰਨ ਜੀ ਕੇ ਦਾਤਾਰਾ। ਪਿਆਰਿਓ ਸਮਾਂ ਤਕਰੀਬਨ ਸੀਮਿਤ ਹੈ, ਕੁਝ ਮਿੰਟਾਂ ਲਈ ਅਸੀਂ ਸਿਮਰਨ ਕਰਨਾ ਹੈ। You know what's amazing? To conclude tonight's Yadgiri Samagam, this could probably be my last seva for this year's Yadgiri of Baba Ji, क्योंकि गुरु अर्जन देव महाराज जी की शहीदी आ रही है, फिर होर गुरपुरब अगां नूं आ रहे ने। मलाका गुरुद्वारे च जदों सैटरडे नाइट दीवान सी ना, दीवान तो बाद at that night on Saturday night I spoke about Baba Ji's final moments on earth in Ipoh GH. You know what happened after that? उस वेले रात नूं मैं दो प्रेमियां दा जिक्र कीता सी, भाई गुरदयाल सिंह सग्गू ते बीबी प्रीतम कौर, जिन्हां ने बाबा जी दी सेवा कीती अंतले समय तक, बाखूबी सेवा निभाई। मैं स्टेज तो फतेह बुला के बैठा, रागी जथा आया, मैनू 5 मिनट नहीं होए एक बजुर्ग आया कोल। He didn't wait for me to go down to Langar Hall. In the Guru's Darbar, he approaches me, मेरे लागे आया ਤੇ मैं उन्होंने फतेह बुलाई। मैं अखां चक के उपर देखिया ते रोई जावे रोई जावे। मैं उन्होंने पूछया, मैं क्या भाई साहब जी गल की है? Did I say something in Katha that offended you? He starts shaking his head, कहन लगे वीर जी 2 घंटे दा तुहाडा रात दा दीवान सी, 2 घंटे मैं रोंदा रहा। मैं ਉਹੀ ਹਾਂ जिस भाई गुरदयाल सिंह सग्गू दी ते बीबी प्रीतम कौर दी तुसां गल कीती, मैं उन्हां दा लड़का हाँ। आखो सतनाम। He's based in Australia right now, 72 साल दी उम्र है ਉਹਦੀ। ਤੇ ਪਿਆਰਿਓ ਬੱਚਿਆਂ ਵਾਂਗ ਨਾ ਮੇਰੇ ਲਾਗੇ ਬੈਠ ਕੇ ਉਹ ਮੇਰੇ ਨਾਲ ਸਿੰਘ ਸੀ, 15-20 ਮਿੰਟ ਰੋਂਦੇ ਹੀ ਰਹੇ। ਪਤਾ ਜਿੱਦਾਂ ਜਵਾਕ ਨਹੀਂ ਕੋਈ ਹੁੰਦਾ। 70 ਸਾਲ ਦਾ ਬਜ਼ੁਰਗ ਆਪਣਾ ਵॉलेट ਜਿਹੜਾ ਹੈ ਨਾ ਕੱਢ ਕੇ ਨਾ, ਸਾਧ ਸੰਗਤ ਜੀ ਮੇਰੀ ਗੱਲ ਸੁਣਿਓ, ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਤੁਹਾਨੂੰ ਕਹਿ ਰਿਹਾ, ਸਤਿਗੁਰ ਤੁਮਕੋ ਹੋਵੇ ਦਇਆਲਾ ਸੰਤ ਸੰਗ ਤੇਰੀ ਪ੍ਰੀਤ। ਪਿਆਰਿਓ 70 ਸਾਲ ਦਾ ਬਜ਼ੁਰਗ, ਹੀ ਟੇਕਸ ਆਊਟ ਹਿਸ ਵॉलेट। ਇੱਕ ਹੁੰਦਾ ਟਰਾਂਸਪੈਰੈਂਟ ਕੋਨੇ ਜਿੱਥੇ ਆਪਾਂ ਫੋਟੋਆਂ ਵਗੈਰਾ ਰੱਖਦੇ ਹਾਂ ਨਾ, ਇੱਦਾਂ ਖੋਲ ਕੇ ਤੇ ਮੈਨੂੰ ਕਹਿੰਦੇ ਦੇਖੋ ਵੀਰ ਜੀ ਮੈਨੂੰ ਕਿੰਨੇ ਸਾਲ ਹੋ ਗਏ, ਬਾਬਾ ਜੀ ਨੂੰ ਮੈਂ ਸਦਾ ਆਪਣੇ ਕੋਲ ਰੱਖਦਾ। ਆਖੋ ਸਤਨਾਮ। ਪਿਆਰਿਓ ਜਿੱਦਾਂ ਉਹ ਬੋਲਿਆ ਨਾ ਉਹ ਰਾਤ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮੈਨੂੰ ਗੱਲਾਂ ਸੁਣਾਈਆਂ, ਆਪ ਤਾਂ ਉਹ ਰੋਈ ਗਿਆ, ਸਾਡੀ ਵੀ ਹਾਲਤ ਬੁਰੀ ਕਰ ਦਿੱਤੀ। ਆਖੋ ਸਤਨਾਮ। ਇੱਕ ਪਿਆਰ ਵਾਲਾ ਹਿਰਦਾ ਆਵੇ ਨਾ ਸਾਹਮਣੇ, ਪਤਾ ਨਹੀਂ ਕਿੰਨਿਆਂ ਦੇ ਹਿਰਦੇ ਵਿਣ ਕੇ ਰੱਖ ਦਿੰਦਾ ਹੈ ਜੀ। ਇੱਕ ਆਵੇ, he cries and he cries, ਕਹਿੰਦੇ ਵੀਰ ਜੀ you spoke about my parents tonight, ਭਾਈ ਗੁਰਦਿਆਲ ਸਿੰਘ and ਬੀਬੀ ਪ੍ਰੀਤਮ ਕੌਰ, they are my parents. I saw them doing seva of Baba Ji day and night in Ipoh hospital whenever he was admitted. And I used to go to Baba Ji. ਤੇ ਪਤਾ ਕੀ ਕਹਿਣ ਲੱਗੇ? ਕਹਿੰਦੇ just a few days before Baba Ji passes away, ਆ ਮੇਰੀ ਆਖਰੀ ਗੱਲ ਹੈ, ਧਿਆਨ ਨਾਲ ਸੁਣੇ। ਕਹਿੰਦੇ ਵੀਰ ਜੀ ਮੇਰਾ ਇੱਕ ਪਛਤਾਵਾ ਹੈ, I've got one regret। ਮੈਂ ਕਿਹਾ ਕੀ ਹੈ ਭਾਈ ਸਾਹਿਬ? ਕਹਿੰਦੇ ਕੁਝ ਕੁ ਦਿਨ ਸੀ ਨਾ, ਮੈਂ ਉਦੋਂ ਟੀਨੇਜਰ ਸੀ, ਬਾਬਾ ਜੀ was lying down on the bed, ਮੈਨੂੰ ਕੋਲ ਬੁਲਾਇਆ, ਨਾਂ ਲੈ ਕੇ ਕਹਿੰਦੇ ਕਾਕਾ ਜੋ ਮੰਗਣਾ ਹੈ ਮੰਗ ਲੈ। ਆਖੋ ਸਤਨਾਮ। ਜੋ ਮੰਗਣਾ ਹੈ ਮੰਗ ਲੈ। ਕਹਿੰਦਾ ਵੀਰ ਜੀ ਉਦੋਂ ਮੈਨੂੰ ਨਹੀਂ ਪਤਾ ਸੀ ਬਾਬਾ ਜੀ ਕੀ ਚੀਜ਼ ਹੈ। ਮੈਂ ਸਿਰ ਹਿਲਾ ਕੇ ਮੈਂ ਆਖਿਆ ਨਹੀਂ ਨਹੀਂ ਬਾਬਾ ਜੀ ਕੁਝ ਨਹੀਂ ਲੈਣਾ। ਉਹਨਾਂ ਨੇ 2 ਵਾਰ ਮੈਨੂੰ ਪੁੱਛਿਆ, ਕਹਿੰਦੇ ਵੀਰ ਜੀ ਜੇ ਮੈਨੂੰ ਪਤਾ ਹੁੰਦਾ ਕਿ ਇਹ ਪੂਰਨ ਮਹਾਂਪੁਰਸ਼ ਹੁੰਦੇ
ਝੋਲੀਆਂ ਅੱਡ ਅੱਡ ਕੇ ਤੇ ਮੈਂ ਰੱਜ ਕੇ ਘਰ ਨੂੰ ਜਾਂਦਾ ਜੀ। ਪਿਆਰਿਓ, ਜੀਵਨ ਐਸਾ ਹੋਵੇ ਗੁਰਸਿੱਖ ਦਾ, ਜਿੱਥੇ ਵੀ ਨਾਮ ਜਪਣ ਵਾਲੀ ਕੋਈ ਆਤਮਾ ਸਾਹਮਣੇ ਆਵੇ ਉਹਦੇ ਅੱਗੇ ਸਾਡਾ ਸੀਸ ਝੁਕ ਜਾਵੇ, ਕਿਉਂਕਿ ਗੁਰੂ ਦਾ ਨਾਮ ਇਹਦੇ ਹਿਰਦੇ 'ਚ ਵਸਦਾ ਹੈ ਜੀ।